ਸਭ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਜੈ ਜੈ ਮਸੀਹ ਦੀ। ਸਾਡੇ ਸੁਣਨ ਵਾਲਿਆਂ ਨੂੰ ਸਭ ਨੂੰ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਦੀ ਦੁਆਵਾਂ ਦੇ ਲਈ ਸ਼ੁਕਰ ਕਰਦੇ ਹਾਂ। ਹਾਂਜੀ, ਔਰ ਆਪਾਂ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ ਕਰ ਰਹੇ ਹਾਂ ਜੀ ਬਿਲਕੁਲ ਬਾਈਬਲ ਸਟੱਡੀ ਜੀ। ਅਤੇ ਉਸ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸਾਮਸ ਭਜਨ ਜ਼ਬੂਰ 29 ਹਾਂਜੀ ਠੀਕ ਹੈ। ਹਾਂਜੀ, ਉਸ ਦੀਆਂ ਪਹਿਲੀਆਂ 4 ਆਇਤਾਂ ਪੜ੍ਹਦੇ ਹਾਂ ਜੀ। ਉਸ ਵਿੱਚ ਲਿਖਿਆ ਹੈ ਜ਼ਬੂਰਾਂ ਦੀ ਪੋਥੀ ਸਭਨ ਜ਼ਬੂਰ ਭਜਨ ਹਾਂਜੀ ਜੀ। ਯਹੋਵਾ ਦੀ ਆਵਾਜ਼ ਦਾਊਦ ਦਾ ਭਜਨ। ਵਾਹ। ਇਸ ਦੇ ਉੱਪਰ ਲਿਖਿਆ ਹੇ ਪਰਮੇਸ਼ਰ ਦੇ ਪੁੱਤਰੋ ਮੰਨੋ, ਮਹਿਮਾ ਔਰ ਸਮਰੱਥਾ ਯਹੋਵਾ ਦੀ ਮੰਨੋ, ਮਹਿਮਾ ਯਹੋਵਾ ਦੇ ਨਾਮ ਦੀ ਮੰਨੋ, ਪਵਿੱਤਰ ਵਸਤਰ ਵਿੱਚ ਯਹੋਵਾ ਨੂੰ ਮੱਥਾ ਟੇਕੋ। ਹਾਂਜੀ, ਯਹੋਵਾ ਦੀ ਆਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਰਮੇਸ਼ਰ ਗਰਜਦਾ ਹੈ, ਯਹੋਵਾ ਵੱਡੇ ਪਾਣੀਆਂ ਦੇ ਉੱਤੇ ਹੈ। ਯਹੋਵਾ ਦੀ ਆਵਾਜ਼ ਜ਼ੋਰ ਵਾਲੀ ਹੈ, ਯਹੋਵਾ ਦੀ ਆਵਾਜ਼ ਸ਼ਾਨਦਾਰ ਹੈ, ਯਹੋਵਾ ਦੀ ਆਵਾਜ਼ ਦਿਆਰਾਂ ਤੋਂ ਲੋੜਦੀ ਹੈ। ਸਗੋਂ ਯਹੋਵਾ ਬਲਾਨੌਨ ਦੀਆਂ ਦਿਆਰਾਂ ਨੂੰ ਤੋੜ ਸੁੱਟਦਾ ਹੈ। ਹਾਂਜੀ, ਦੇਵਦਾਰਾਂ ਹਾਂਜੀ ਵਾਹ ਹਾਂਜੀ। ਪਰਮੇਸ਼ਰ ਪਿਤਾ ਆਪ ਮਹਾਨ ਹੋ, ਸਰਵ ਸ਼ਕਤੀਮਾਨ। ਹਾਲੇਲੂਇਆ। ਆਪ ਦਾ ਸ਼ੁਕਰ ਕਰਦੇ ਹਾਂ, ਆਪ ਜੀ ਦੀ ਦਇਆ ਰਹਿਮ ਕਿਰਪਾ ਦੇ ਲਈ। ਪਰਮੇਸ਼ਰ ਪਿਤਾ ਆਪ ਨੇ ਇਨਸਾਨ ਨੂੰ ਬਣਾਇਆ ਆਪਣੇ ਅਕਸ ਦੇ ਉੱਪਰ, ਔਰ ਪਰਮੇਸ਼ਰ ਪਿਤਾ ਔਰ ਆਪ ਪਿਆਰ ਕਰਦੇ ਹੋ ਸਭ ਨੂੰ। ਆਪ ਹਰ ਇਨਸਾਨ ਨੂੰ ਚਾਹੁੰਦੇ ਹੋ ਕਿ ਉਹ ਆਪ ਨਾਲ ਜੁੜ ਜਾਏ, ਸੱਚ ਨਾਲ ਜੁੜ ਜਾਏ, ਬਚਾਇਆ ਜਾਏ। ਜਦੋਂ ਇਨਸਾਨ ਪਾਪ ਵਿੱਚ ਡਿੱਗਿਆ ਉਦੋਂ ਹੀ ਪਰਮੇਸ਼ਰ ਪਿਤਾ ਆਪ ਨੇ ਇਹ ਐਲਾਨ ਕਰ ਦਿੱਤਾ ਕਿ ਯਿਸੂ ਮਸੀਹ ਇਸ ਧਰਤੀ 'ਤੇ ਆਉਣਗੇ ਇਨਸਾਨ ਨੂੰ ਪਾਪ ਤੋਂ ਛੁਟਕਾਰਾ ਦੇਣ ਦੇ ਲਈ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਯਿਸੂ ਮਸੀਹ ਨੂੰ, ਜਿਸ ਨੂੰ ਪਰਮੇਸ਼ਰ ਪਿਤਾ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਹੀ ਆਪ ਨੇ ਇਹ ਸਭ ਕੁਝ ਨਿਯੁਕਤ ਕੀਤਾ ਸੀ। ਆਪ ਨੇ ਸਭ ਕੁਝ ਇਹ ਜਾਣਦੇ ਹੋਏ ਵੀ ਕਿ ਇਨਸਾਨ ਪਾਪ ਕਰੇਗਾ, ਪਾਪ ਵਿੱਚ ਡਿੱਗੇਗਾ, ਫਿਰ ਵੀ ਆਪ ਨੇ ਇਨਸਾਨ ਨੂੰ ਬਣਾਇਆ, ਆਪ ਨੇ ਇਨਸਾਨ ਨੂੰ ਪਿਆਰ ਕੀਤਾ। ਕਿਉਂਕਿ ਇਸ ਲਈ ਪਰਮੇਸ਼ਰ ਪਿਤਾ ਹਰ ਇਨਸਾਨ ਆਪ ਨੂੰ ਜਾਣ ਲੈ, ਆਪ ਦੇ ਪਿਆਰ ਨੂੰ ਜਾਣ ਲੈ। ਪਰਮੇਸ਼ਰ ਪਿਤਾ ਆਪ ਨੇ ਸਾਡੇ ਲਈ ਕੀ ਕੀਤਾ, ਯਿਸੂ ਮਸੀਹ ਨੇ ਸਾਡੇ ਲਈ ਕੀ ਕੀਤਾ, ਉਸ ਨੂੰ ਜਾਣ ਲੈ। ਆਪ ਦੇ ਵਚਨ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਜੋ ਵਚਨ, ਜੋ ਰੋਸ਼ਨੀ ਹੈ, ਜੋ ਸੱਚ ਹੈ, ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਬਰਦਰ ਇਕਬਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ ਆਪ ਵੱਲੋਂ ਹੋਵੇ। ਸਾਨੂੰ ਗਾਈਡ ਕਰੋ, ਲੀਡ ਕਰੋ, ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ। ਹਾਂਜੀ ਬਰਦਰ ਇਕਬਾਲ ਜੀ, ਹਾਲੇਲੂਇਆ। ਆਪਾਂ ਜੀ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ ਉਹਦੀ ਆਖਰੀ ਚੈਪਟਰ ਦੇ ਵਿੱਚ ਜੀ ਹਾਂਜੀ ਪਹੁੰਚੇ ਹੋਏ ਹਾਂ। 22 ਦੀ ਹਾਂਜੀ, ਆਪਾਂ ਅੱਜ 15ਵੀਂ ਆਇਤ ਕਰਨੀ ਹੈ ਜੀ। ਜੀ ਸਰ। ਓਕੇ ਜੀ। 22 ਦੀ 15 ਆਇਤ ਇਸ ਤਰ੍ਹਾਂ ਕਹਿੰਦੀ ਹੈ, ਪੜ੍ਹੀਏ ਜੀ। ਜੀ ਬਿਲਕੁਲ ਬਿਲਕੁਲ। ਹਾਂਜੀ, ਉਸ ਦੇ ਵਿੱਚ ਲਿਖਿਆ ਹੈ, ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ। ਜੀ ਹਾਂਜੀ ਠੀਕ ਹੈ। ਹਾਂਜੀ, ਝੂਠੀਆਂ ਗੱਲਾਂ ਵੀ ਕਰਨ। ਹਾਂਜੀ ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਇੰਜੀ ਠਹਿਰੀ ਰਹੇ। ਇਹ ਜੋ ਇੱਥੇ ਹੈ ਕੈਟਾਗਰੀਜ਼ ਜਾਂ ਜੋ ਕੁਛ ਇੱਥੇ ਦੱਸਿਆ ਗਿਆ ਜੀ, ਇਹ ਸਾਰੇ ਲੇਵੀਆਂ 11 ਦੇ ਵਿੱਚ ਵੀ ਅਸੀਂ ਸ਼ੁੱਧ ਅਸ਼ੁੱਧ ਯਾਨੀ ਪਾਕ ਨਾਪਾਕ ਜਾਨਵਰਾਂ ਦੇ ਮੁਤਲਕ ਉੱਥੇ ਵੀ ਦੱਸਿਆ ਗਿਆ ਹੈ ਨਾ। ਲੇਕਿਨ ਨਾਲ ਹੀ ਇੱਥੇ ਇਨਸਾਨਾਂ ਦੇ ਲਈ ਵੀ ਬਿਆਨ ਕੀਤਾ ਗਿਆ। ਹੁਣ ਇਹ ਲਫ਼ਜ਼ ਕੁੱਤੇ, ਇਹ ਉਦਾਹਰਨ ਦਿੱਤੀ ਗਈ ਹੈ, ਇੱਕ ਤਮਸੀਲ ਵੀ ਦਿੱਤੀ ਗਈ ਹੈ ਨਾ, ਜਾਂ ਇਹਨੂੰ ਪੈਰਾਬਲਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ। ਹੁਣ ਇਹ ਕੁੱਤਾ ਜਿਹੜਾ ਹੈ ਨਾ, ਜਦੋਂ ਅਸੀਂ ਲੇਵੀਆਂ 11 ਚੈਪਟਰ ਪੜ੍ਹਨੇ ਆ
ਤੇ ਉਹਦੇ ਵਿੱਚ ਅਸ਼ੁੱਧ ਨਾਪਾਕ ਜਾਨਵਰਾਂ ਵਿੱਚੋਂ ਵੀ ਹੈ। ਸੋ ਜਿਸ ਤਰੀਕੇ ਨਾਲ ਭਜਨ 22 ਜ਼ਬੂਰ 22 ਸਾਮਸ 22 16 ਤੇ 20 ਆਇਤ ਤੇ ਫਿਲਿਪੀਓ 3 ਦੀ 2 ਇਹਦੇ ਵਿੱਚ ਇਹਦੇ ਰੈਫਰੈਂਸ ਵੀ ਹੋਰ ਹੈ ਨੇ। ਠੀਕ ਹੈ ਜੀ। ਸੋ ਵੈਸੇ ਤੇ ਪ੍ਰਕਾਸ਼ ਦੀ ਪੋਥੀ 'ਚ ਅਸੀਂ ਚੇਤੇ ਕਰੋ ਕਿ 6ਵੇਂ ਚੈਪਟਰ ਦੀ 9 ਤੋਂ 11 ਦੇ ਵਿੱਚ ਵੀ ਅਸੀਂ ਉਹ ਲੋਕਾਂ ਦੇ ਜਿਨ੍ਹਾਂ ਦੇ ਮੁਤਲਕ ਉੱਥੇ ਦੱਸਿਆ ਹੈ ਕਿ ਇਹ ਪਰਮੇਸ਼ਵਰ ਦੇ ਰਾਜ ਵਿੱਚ ਸ਼ਾਮਲ ਨਹੀਂ ਹੋਣਗੇ। ਹੁਣ ਇਹ ਜਿਹੜਾ ਲਫ਼ਜ਼ ਕੁੱਤਾ, ਜਿਸ ਤਰ੍ਹਾਂ ਡੌਗ ਕਹਿ ਲਓ, ਇਹ ਜਿਹੜਾ ਹੈ ਇਹ ਬਾਈਬਲ ਦੇ ਵਿੱਚ ਤਮਸੀਲਾਂ ਜਾਂ ਉਦਾਹਰਨ ਦੇ ਤੌਰ 'ਤੇ ਦੱਸਿਆ ਗਿਆ ਹੈ। ਯਾਨੀ ਕਿ ਜਿਹੜੇ ਮੇਲ ਪ੍ਰੋਸਟੀਟਿਊਟ ਹੁੰਦੇ ਨੇ ਨਾ, ਯਾਨੀ ਉਹਨੂੰ ਕੀ ਕਹਿ ਲਓ, ਹੋਮੋਸੈਕਸ਼ੂਅਲ, ਠੀਕ ਹੈ, ਲੌਂਡੇਬਾਜ਼, ਉਹਨਾਂ ਲਈ ਵੀ ਇਹ ਇਸਤੇਮਾਲ ਕੀਤਾ ਗਿਆ ਹੈ। ਬਵਸਤਾ ਸਾਰ, ਅਸਤਿਸ਼ਨਾ ਔਰ ਡਿਟੋਰਨਮੀ, ਉਹਦੀ ਤੁਸੀਂ 23 ਦੀ 17 ਤੇ 18 ਦੇ ਵਿੱਚ ਵੀ ਇਹ ਉਹਨਾਂ ਨੂੰ ਵੀ ਕਿਹਾ ਗਿਆ। ਠੀਕ ਹੈ। ਸੋ ਇਸੇ ਤਰੀਕੇ ਨਾਲ ਇਹ ਜਿਹੜਾ ਕੁੱਤਾ ਲਫ਼ਜ਼ ਹੈ ਇਹ ਗੈਰ ਅਕਵਾਮ ਨੂੰ ਵੀ ਕਿਹਾ ਗਿਆ ਹੈ, ਜੈਂਟਾਈਲਸ ਨੂੰ। ਯਾਦ ਹੈ ਕਰੀ ਖੁਦਾਵੰਦ ਯਿਸੂ ਮਸੀਹ ਦੇ ਕੋਲ ਇੱਕ ਔਰਤ ਆਈ ਜਿਹੜੀ ਜਿਊਜ਼ ਨਹੀਂ ਸੀ। ਦੱਸੋ ਜ਼ਰਾ ਕੀ? ਹਾਂਜੀ, ਉਸਦੀ ਬੇਟੀ ਬਿਮਾਰ ਸੀ, ਠੀਕ ਨਹੀਂ ਸੀਗੀ। ਉਹ ਕਹਿੰਦੇ ਵੀ ਉਹਨੂੰ ਠੀਕ ਕਰਦੇ। ਹਾਂਜੀ, ਉਹ ਕਹਿੰਦੇ ਮੈਂ ਸਿਰਫ ਆਪਣੇ ਜਿਹੜੇ ਯਹੂਦੀ, ਹਾਂਜੀ, ਜਿਹੜੇ ਪਰਮੇਸ਼ਰ ਦੇ ਬੱਚੇ ਹੈਗੇ ਆ, ਹਾਂਜੀ, ਤੇ ਜਿਹੜੇ ਮਤਲਬ ਯੂਜ਼ ਆ ਉਹਨਾਂ ਲਈ ਹੀ ਆਇਆ, ਹਾਂਜੀ, ਤੇ ਕੁੱਤਿਆਂ ਲਈ ਨਹੀਂ ਆਇਆ। ਹਾਂਜੀ। ਤੇ ਉਹ ਕਹਿੰਦੇ ਫਿਰ ਔਰਤ ਨੇ ਕਿਹਾ ਸੀਗਾ ਵੀ ਜਿਹੜੇ ਕੁੱਤਾ ਵੀ ਹੈਗਾ ਉਹ ਬੱਚਿਆ ਡਿੱਗਿਆ ਟੇਬਲ ਤੋਂ ਥੱਲੇ। ਐਗਜ਼ੈਕਟਲੀ। ਸੋ ਉਹ ਹਵਾਲਾ ਲਿਖ ਲਓ, ਮਤੀ 15 ਦੀ 26 'ਚ ਤੇ ਮਰਕਸ 7 ਦੀ 27 ਹੈ। ਮਰਕਸ 7 ਦੀ 27। ਐਕਚੁਅਲੀ ਖੁਦਾਵੰਦ ਯਿਸੂ ਮਸੀਹ ਨੇ ਕੋਈ ਗੱਲ ਬੁਰੀ ਨਹੀਂ ਕੀਤੀ। ਉਸ ਜ਼ਮਾਨੇ ਦੇ ਵਿੱਚ ਇੱਕ ਯਹੂਦੀਆਂ ਤੋਂ ਇਲਾਵਾ ਜਿੰਨੇ ਵੀ ਕੌਮਾਂ ਸਨ, ਉਮਤਾਂ ਸਨ, ਕੌਮਾਂ ਸਨ, ਉਹਨਾਂ ਨੂੰ ਕੁੱਤੇ ਹੀ ਕਿਹਾ ਜਾਂਦਾ ਸੀ। ਮਤਲਬ ਇਹ ਨਹੀਂ ਕਿ ਯਿਸੂ ਨੇ ਕਿਉਂ ਇਹ ਲੈਂਗੁਏਜ ਇਸਤੇਮਾਲ ਕੀਤੀ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਗੀ, ਲੇਕਿਨ ਇਹ ਕਿਹਾ ਜਾਂਦਾ ਸੀ। ਠੀਕ ਹੈ। ਸੋ ਇਸ ਲਿਹਾਜ਼ ਨਾਲ ਇਹ ਗੈਰ ਕੌਮਾਂ ਨੂੰ ਵੀ ਕੁੱਤੇ ਕਿਹਾ ਗਿਆ ਹੈ ਬਾਈਬਲ ਦੇ ਵਿੱਚ ਵੀ। ਅੱਛਾ, ਫਿਰ ਇੱਕ ਹੋਰ ਸ਼ੌਕਿੰਗ ਹਵਾਲੇ ਹੈ ਨੇ ਕਿ ਜਿਹੜੇ ਆਗੂ ਨੇ, ਪਾਸਟਰਸ ਨੇ, ਅਯਾਲੀ ਨੇ, ਨਿਗਾਬਾਨ ਨੇ, ਜਿਹੜੇ ਸਹੀ ਕੰਮ ਨਹੀਂ ਕਰ ਰਹੇ। ਮਤਲਬ ਕੀ ਹੋ ਗਿਆ? ਅਯਾਲੀ, ਚਰਵਾਹਾ, ਭੇਡਾਂ ਯਿਸੂ ਦੀਆਂ ਨੇ ਤੇ ਉਹਨਾਂ ਦੀ ਸਹੀ ਪਾਲਣਾ ਨਹੀਂ ਕਰ ਰਹੇ। ਉਹਨਾਂ ਲਈ ਉਹਨਾਂ ਦੇ ਸਪਿਰਿਚੁਅਲ, ਫਿਜ਼ੀਕਲ, ਇਮੋਸ਼ਨਲ ਜਿਹੜੀਆਂ ਜ਼ਰੂਰੀਆਤ ਨੇ ਉਹਨਾਂ ਨੂੰ ਉਹਨਾਂ ਦਾ ਧਿਆਨ ਨਹੀਂ ਹੈ, ਜਾਂ ਰੂਹਾਨੀ ਤੌਰ 'ਤੇ ਵੀ ਉਹਨਾਂ ਨੂੰ ਸਹੀ ਸਿੱਖਿਆ ਨਹੀਂ ਦੇ ਰਹੇ। ਯਾਨੀ ਕੀ ਕਹਿ ਲਓ, ਜਿਹੜੇ ਉਹਨਾਂ ਲਈ ਉਹ ਆਗੂ, ਉਹ ਪਾਸਟਰਸ, ਉਹ ਜੋ ਵੀ ਉਹਨਾਂ ਨੂੰ ਵੀ ਕੁੱਤਾ ਕਿਹਾ ਗਿਆ ਕਿ ਇਹ ਬਈ ਤੁਸੀਂ ਗੂੰਗੇ ਕੁੱਤੇ ਹੋ। ਮਤਲਬ ਇਹ ਵੇ ਕਿ ਭੇਡਾਂ ਨੇ ਯਿਸੂ ਦੀਆਂ। ਤੇ ਇਸ ਦੁਨੀਆ 'ਚ ਗਲਤ ਭੇੜੀਏ ਜਿਹੜੇ ਨੇ ਨਾ, ਮਤਲਬ ਹੈ ਯਾਨੀ ਜਿਹੜੇ ਗਲਤ ਲੋਕ ਨੇ ਉਹ ਭੇਡਾਂ ਦੇ ਰੂਪ ਵਿੱਚ ਭੇੜੀਏ ਨੇ ਹੈ। ਉਹਨਾਂ ਭੇਡਾਂ ਦਾ ਲਿਬਾਸ ਉੜਿਆ ਦਾ। ਅਸਲ ਵਿੱਚ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਕਰਦੇ। ਮਿਸਾਲ ਦੇ ਤੌਰ 'ਤੇ ਇੱਕ ਚਰਚ 'ਚ ਯਿਸੂ ਦੀਆਂ ਭੇਡਾਂ ਨੇ ਤੇ ਕੋਈ ਹੋਰ ਉਹਨਾਂ ਨੂੰ ਗਲਤ ਟੀਚਿੰਗ ਨਾ ਦੇ। ਇਹ ਪਾਸਟਰਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਯਿਸੂ ਦੀ ਕੋਈ ਭੇਡ ਦੇ ਜਦੋਂ ਉਹ ਗੱਲ ਕਰਦੀ ਹੈ ਭੇਡ ਮਤਲਬ, ਔਰ ਉਹ ਉਹਦੇ ਵਿੱਚ ਵਹਿੰਦਾ ਹੈ ਕਿ ਓਹੋ ਇਹ ਸ਼ਾਇਦ ਇੰਟਰਨੈਟ 'ਤੇ, ਸ਼ਾਇਦ ਔਨਲਾਈਨ ਕੋਈ ਇਹੋ ਜਿਹੀਆਂ ਟੀਚਿੰਗਸ ਦੇਖ ਕੇ ਤੇ ਉਹ ਕਲੀਸਿਆ ਦੇ ਵਿੱਚ ਲੋਕਾਂ ਨੂੰ ਡਿਸਕਸ ਕਰ ਰਹੇ ਨੇ
ਇਹ ਉਹਨਾਂ ਦਾ ਜ਼ਿੰਮੇਵਾਰੀ ਹੈ ਕਿ ਫੌਰਨ ਉਹਨਾਂ ਨੂੰ ਕਰੈਕਟ ਕੀਤਾ ਜਾਏ। ਠੀਕ ਹੈ, ਇਹ ਵੇ ਕਿ ਯਿਸੂ ਦੀਆਂ ਭੇਡਾਂ ਦੀ ਹਿਫਾਜ਼ਤ ਕਰਨੀ, ਉਹਨਾਂ ਨੂੰ ਸਹੀ ਤਾਲੀਮ ਦੇਣੀ। ਤੇ ਕਲੀਸਿਆ ਦੇ ਵਿੱਚ ਖਾਲੀ ਇਹ ਹੀ ਨਹੀਂ ਨੇ, ਬਲਕਿ ਇਫਸੀਆਂ 4 ਦੀ ਉਹਦੀ 11 ਤੇ 12 ਆਇਤ ਵਿੱਚ 5-fold ਮਿਨਿਸਟਰੀ ਦੇ ਲੋਕ ਵੀ ਨੇ, ਜਿਹੜੇ ਯਾਨੀ ਰਸੂਲ ਨੇ, ਨਬੀ ਨੇ, ਐਵੈਂਜਲਿਸਟ ਨੇ, ਪਾਸਟਰਸ ਨੇ ਤੇ ਟੀਚਰਸ। ਇਹ ਸਾਰੇ ਆ ਰਹੇ ਨੇ ਜਿਹੜੇ ਵੀ ਆਗੂ ਕਿਸੇ ਵੀ ਸਿਸਟਮ ਵਿੱਚ, ਪਰਮੇਸ਼ਵਰ ਦੇ ਰਾਜ ਵਿੱਚ ਲੀਡਿੰਗ ਦੇ ਤੌਰ 'ਤੇ ਹੁੰਦੇ ਨੇ। ਠੀਕ ਹੈ ਨਾ, ਜਿਸ ਤਰ੍ਹਾਂ ਜਿਨ੍ਹਾਂ ਕੋਲ ਮੋਟੀਵੇਸ਼ਨ ਗਿਫਟ ਵੀ ਨੇ, ਰੋਮੀਓ 12 ਦੀ 6 ਤੋਂ 8 ਵਿੱਚ, ਹੈ ਨਾ। ਤੇ ਆਲ ਟੂਗੈਦਰ 28 ਇਹ ਖਿਦਮਤਾਂ ਨੇ। ਠੀਕ ਹੈ, ਦਾਤਾਂ ਜਾਂ ਗਿਫਟਸ, ਮਿਨਿਸਟਰੀਜ਼ ਤੇ ਮੋਟੀਵੇਸ਼ਨ ਗਿਫਟਸ ਜਾਂ ਟੈਲੈਂਟਸ ਮਿਲਾ ਕੇ 28 ਨੇ। ਠੀਕ ਹੈ, ਪਾਖਰੂ ਇੱਕ ਹੈ ਲੇਕਿਨ 28 ਮੱਸੇ ਹੈਗੇ ਨੇ। ਸੋ ਇਹ ਉਹਨਾਂ ਨੂੰ ਕਿਹਾ ਗਿਆ ਹੈ ਸਾਰਿਆਂ ਨੂੰ, ਯਸਾਇਆ 56 ਦੀ 10 ਤੇ 11 ਪੜ੍ਹ ਦਿਓ। ਇਸ ਲਈ ਇਹ ਆਗੂਆਂ ਨੂੰ ਵੀ ਧਿਆਨ ਰੱਖਣਾ ਹੈ ਕਿ ਉਹ ਇਸ ਟਾਈਟਲ, ਅਗਰ ਉਹ ਸਹੀ ਕੰਮ ਨਹੀਂ ਕਰ ਰਹੇ ਤੇ ਬਾਈਬਲ ਉਹਨਾਂ ਨੂੰ ਇਹ ਟਾਈਟਲ ਦੇ ਰਹੀ ਹੈ, ਬਾਈਬਲ ਦਾ ਗੋਡ। ਮੈਨੂੰ ਤੁਹਾਨੂੰ ਸਾਰਿਆਂ ਨੂੰ ਹੁਸ਼ਿਆਰ ਰਹਿਣਾ ਹੈ ਕਿ ਯਿਸੂ ਦੀਆਂ ਭੇਡਾਂ ਨੂੰ ਸਹੀ ਚਾਰਾ ਦੇਣਾ ਹੈ। ਮਤਲਬ ਇਹ ਰੂਹਾਨੀ ਚਾਰਾ ਸਮਝ, ਹਾਂਜੀ ਖਾਣਾ, ਤਾਂ ਕਿ ਉਹਨਾਂ ਨੂੰ ਬਚਾ ਕੇ ਰੱਖਣਾ ਹੈ, ਪ੍ਰੋਟੈਕਸ਼ਨ ਕਰਨੀ ਹੈ। ਕਿਉਂਕਿ ਯਿਸੂ ਕਹਿੰਦਾ ਅੱਛਾ ਚਰਵਾਹਾ ਮੈਂ ਵਾਂ ਜਿਹੜਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। ਤੇ ਨੌਕਰ ਜਿਹੜਾ ਹੁੰਦਾ ਹੈ ਨਾ, ਉਹ ਕੀ ਕਰਦਾ ਹੈ, ਉਹ ਜਦੋਂ ਵੇਖਦਾ ਨਾ ਭੇੜੀਆ ਹੀ ਆ ਰਿਹਾ ਉਹ ਛੁਪ ਜਾਂਦਾ। ਸੋ ਇਹ ਬਹੁਤ ਜ਼ਿੰਮੇਵਾਰੀ ਹੈ। ਇਸ ਲਈ ਪਹਿਲਾਂ ਅਸਾਂ ਦੇਖਿਆ ਕਿ ਜਿਹੜੇ ਪ੍ਰੋਸਟੀਟਿਊਟ ਨੇ ਮੇਲ, ਜਿਨ੍ਹਾਂ ਨੂੰ ਕਹਿ ਲਓ ਹੋਮੋਸੈਕਚੁਅਲਸ, ਦੂਸਰਾ ਇਹ ਵੇ ਕਿ ਗੈਰ ਕੌਮਾਂ ਵੀ, ਤੀਸਰਾ ਜਿਹੜਾ ਹੈ ਹੁਣ ਉਹ ਆਗੂ ਨੇ, ਪਾਸਟਰ, ਇਆਲੀ, ਚਰਵਾਹੇ ਜਿਹੜੇ ਸਿੱਖਿਆ ਦਿੰਦੇ, ਉਹ ਪੜ੍ਹ ਦਿਓ। ਹਾਂਜੀ ਬਿਲਕੁਲ ਜੀ। ਆਪਾਂ ਲਿਖਿਆ ਜੀ ਯਸਾਇਆ 56 ਦੀ 10 ਤੇ 11। ਹਾਂਜੀ ਜੀ, ਇਹ 'ਚ ਲਿਖਿਆ ਹੈਗਾ, ਉਹਦੇ ਰਾਖੇ ਅੰਨੇ ਹਨ, ਉਹ ਸਾਰੇ ਬੇਸਮਝ ਹਨ, ਉਹ ਸਾਰੇ ਗੂੰਗੇ ਕੁੱਤੇ ਹਨ, ਉਹ ਭੌਂਕ ਨਹੀਂ ਸਕਦੇ, ਉਹ ਸੁਪਨੇ ਵੇਖਦੇ, ਲੰਮੇ ਪੈਂਦੇ ਅਤੇ ਨੀਂਦਰ ਦੇ ਪ੍ਰੇਮੀ ਹਨ। ਇਹ ਕੁੱਤੇ ਬਹੁਤ ਭੁੱਖੇ ਹਨ, ਇਹ ਰੱਜਣਾ ਨਹੀਂ ਚਾਹੁੰਦੇ ਅਤੇ ਇਹ ਇਆਲੀ ਸਮਝ ਨਹੀਂ ਰੱਖਦੇ। ਇਹਨਾਂ ਸਭਨਾਂ ਨੇ ਆਪਣੇ ਰਾਹ ਵੱਲ ਆਪਣੇ ਰਾਹ ਵੱਲ ਅਤੇ ਹਰੇਕ ਦੇ ਹਰ ਪਾਸਿਓਂ ਆਪਣੇ ਲਾਭ ਲਈ ਮੂੰਹ ਫੇਰਿਆ। ਇਹ ਲਾਭ ਆਪਣੇ ਫਾਇਦੇ ਲਈ। ਹਾਂਜੀ ਕਿ ਤਨਖਾਹਾਂ ਲੱਗੀਆਂ ਨੇ ਜਾਂ ਜੋ ਵੀ ਇਹ, ਸਾਨੂੰ ਕੀ ਲੱਗੇ ਹੈ। ਤੇ ਦੇਖੋ ਇਹ ਕੁੱਤਾ ਜਿਹੜਾ ਹੈ ਇੱਕ ਲਿਹਾਜ਼ ਨਾਲ ਪੋਜ਼ਿਟਿਵ ਹੈ, ਵਫਾਦਾਰ ਵੀ ਹੁੰਦਾ ਹੈ। ਇਹ ਜਿਹੜਾ ਪਾਸਟਰਾਂ ਨੂੰ ਡੌਗੀ ਕਾਲਰ ਹੁੰਦਾ ਹੈ, ਕਲਰਜੀ ਕਾਲਰ ਦਾ ਮਤਲਬ ਦੂਸਰੇ ਪਾਸੇ ਇਹ ਵੇ ਕਿ ਜਿੰਜ ਇੱਕ ਕੁੱਤਾ ਬੜਾ ਅਜੀਬ ਲੱਗਦਾ ਹੈ ਮਾਜ਼ਰਤਾਂ, ਲੇਕਿਨ ਬਾਈਬਲ ਦੀ ਗੱਲ ਹੈ। ਯਿਸੂ ਨੇ ਕਿਹਾ ਜਿਹੜਾ ਇੱਕ ਕੁੱਤਾ ਹੈ ਉਹ ਆਪਣੇ ਮਾਲਕ ਦੀ ਹਿਫਾਜ਼ਤ ਕਰਦਾ ਹੈ। ਜਦੋਂ ਵੇਖਦਾ ਨਾ ਕੋਈ ਗੈਰ ਜਾਂ ਚੋਰ ਆਂਡੇ ਨੇ, ਭੌਂਕਦਾ ਹੈ, ਹਿਫਾਜ਼ਤ ਕਰਦਾ। ਇਸ ਤਰ੍ਹਾਂ ਹੀ ਖੁਦਾ ਚਾਹ ਰਿਹਾ ਹੈ ਕਿ ਮੇਰੇ ਜਿਹੜੇ ਆਗੂ ਨੇ, ਚਾਹੇ ਉਹ ਕਿਸੇ ਕੈਟਾਗਰੀ ਦੇ ਨੇ, ਉਹ ਮੇਰੀਆਂ ਭੇਡਾਂ ਨੂੰ ਦੀ ਹਿਫਾਜ਼ਤ ਕਰਨ, ਸੁੱਤੇ ਨਾ ਰਹਿਣ। ਠੀਕ ਹੈ, ਫਿਰ ਇਹ ਕੁੱਤਾ ਲਫ਼ਜ਼ ਝੂਠੇ ਨਬੀਆਂ ਨੂੰ ਕਿਹਾ ਗਿਆ। ਠੀਕ ਹੈ, ਮਤੀ 7 ਦੀ 15 'ਚ ਉਹਨਾਂ ਨੂੰ ਭੇੜੀਏ ਵੀ ਕਿਹਾ ਗਿਆ ਹੈ, ਭੇਡ ਦੇ ਰੂਪ ਵਿੱਚ ਭੇੜੀਏ। ਠੀਕ ਹੈ ਜੀ। ਉਹਦੇ ਬਾਅਦ ਜਿਹੜੇ ਫਾਲਸ ਟੀਚਰ ਨਹੀਂ ਹੁੰਦੇ, ਗਲਤ ਕੀ ਕਹਿੰਦੇ ਨੇ, ਸਿੱਖਿਆ ਦੇਣ ਵਾਲੇ। ਹਾਂਜੀ, ਗਲਤ ਸਿੱਖਿਅਕ। ਹਾਂਜੀ, ਫਾਲਸ ਟੀਚਰਸ ਤੇ ਉਹਨਾਂ ਨਾਲ ਬੁਰੇ ਕੰਮ ਕਰਨੇ ਵਾਲੇ, ਇਹ ਸਾਰੇ ਜਿਹੜੇ ਨੇ ਉਹ ਇਸੇ ਕੈਟਾਗਰੀ 'ਚ ਆਉਂਦੇ ਨੇ। ਤੇ ਇਹ ਜਿਹੜੀ ਹੈ ਨਾ, ਅਸਾਂ ਦ ਬੁੱਕ ਆਫ ਰੈਵਲੇਸ਼ਨ 21 ਦੀ 8 ਜਿਹੜੀ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਹੈ ਜੀ, ਇਹ ਸਭ ਕੰਮ ਜਿਹੜੇ ਨੇ ਉੱਥੇ ਅਸਾਂ ਵੇਖੇ ਨੇ ਕਿ ਇਹ ਗ੍ਰੇਟ ਰਿਵੋਲੂਸ਼ਨ ਦੇ ਦੌਰ ਵਿੱਚ ਵੀ ਹੋ ਰਹੇ ਸਨ। ਇਹ ਕਿਹੜਾ ਪ੍ਰਕਾਸ਼ ਦੀ ਪੋਥੀ 21 ਦੀ 8। ਲੇਕਿਨ ਉਹਨਾਂ ਲੋਕਾਂ ਨੇ ਤੌਬਾ ਨਹੀਂ ਕੀਤੀ ਤੇ ਇਸ ਵਜ੍ਹਾ ਨਾਲ ਉਹਨਾਂ ਨੂੰ ਉੱਥੇ ਅੱਗ ਦੀ ਝੀਲ ਵਿੱਚ ਇਸ ਲਈ ਸੁੱਟਿਆ ਗਿਆ ਹੈ।
ਔਰ ਇਹ ਵਰਸ ਚੂੰਕਿ ਬਾਅਦ ਵਿੱਚ ਦੱਸੀ ਗਈ ਹੈ ਕਿ ਉਹ ਅੱਗ ਦੀ ਝੀਲ ਹੀ ਹੋਣਗੇ, ਉਰੇ ਤੇ ਆ ਹੀ ਨਹੀਂ ਸਕਦੇ। ਅੱਗ ਦੀ ਝੀਲ ਵੀ ਨਹੀਂ ਯਰੂਸ਼ਲਮ ਦੇ ਬਾਹਰ ਹੋਣੀ ਹੈ, ਠੀਕ ਹੈ। ਸੋ ਇਸ ਲਈ ਕਿ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੀ, ਯਾਦ ਹੈ, ਲੇਕਿਨ ਉਹਨਾਂ ਨੇ ਤੌਬਾ ਨਹੀਂ ਕੀਤੀ। ਸੋ ਫਿਰ ਉਹਨਾਂ ਦਾ ਹਾਲ ਕੀ ਹੋਇਆ? ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 20 ਦੀ ਅਸੀਂ ਦੇਖੀਏ ਤੇ 13 ਤੋਂ 15 ਦੇ ਵਿੱਚ ਉਹ ਸਾਰੇ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ ਤੇ ਉਹਦੇ ਬਾਅਦ ਇਟਰਨਿਟੀ ਹੋ ਗਈ। ਇਹ ਬਿਆਨ ਇਸ ਲਈ ਦਿੱਤਾ ਗਿਆ ਹੈ, ਇੱਕ ਤੇ ਸਾਡੀ ਨਸੀਹਤ ਲਈ, ਪਲੱਸ ਇਹ ਦੱਸ ਦਿੱਤਾ ਗਿਆ ਹੋਣਗੇ ਉਹ ਵੀ ਉੱਥੇ ਹੀ, ਲੇਕਿਨ ਉੱਥੋਂ ਨਿਕਲ ਨਹੀਂ ਸਕਦੇ ਅੱਗ ਦੀ ਝੀਲ ਵਿੱਚੋਂ, ਠੀਕ ਹੈ ਸਰ। ਇਹਦੇ 'ਚ ਕੋਈ ਸਵਾਲ ਹੋਵੇ ਤੇ? ਹਾਂਜੀ, ਤੇ ਫਿਲਹਾਲ ਫਿਰ ਮਤਲਬ ਇਹ ਲੱਗਦਾ ਵੀ ਜਿਹੜਾ ਕੁੱਤਾ ਲਫ਼ਜ਼ ਹੈਗਾ ਉਸ ਨੂੰ ਇੱਕ ਸਹੀ ਮਤਲਬ ਸਹੀ ਤੇ ਗਲਤ ਤੌਰ ਤੇ ਯੂਜ਼ ਕੀਤਾ ਗਿਆ। ਹਾਂ, ਸਹੀ ਦੇ ਤੌਰ ਤੇ ਕਿੱਥੇ ਆਪਾਂ ਦੇਖਿਆ ਜੀ? ਗਲਤ ਤੌਰ ਤੇ ਦੇਖਿਆ ਆਪਾਂ ਨਾ, ਜੇ ਪਾਸਟਰ ਜਿਹੜਾ ਨਹੀਂ ਭੌਂਕਦਾ ਹੈਗਾ ਹੈ ਜੀ, ਤੇ ਉਹ ਮਤਲਬ ਇਹਦਾ ਆਪੋਜ਼ਿਟ ਇਹ ਵੇ ਕਿ ਜਿਹੜਾ ਭੌਂਕਦਾ ਇਹਦਾ ਮਤਲਬ ਹੈ ਉਹ ਜਾਗ ਰਿਹਾ ਹੈ, ਉਹਨੂੰ ਯਿਸੂ ਦੀਆਂ ਭੇਡਾਂ ਦਾ ਫਿਕਰ ਹੈਗਾ। ਹਾਂਜੀ ਹਾਂਜੀ, ਯਾਨੀ ਕਿ ਉਹ ਦੁਸ਼ਮਣ ਨਾਲ ਉਹਦੀ ਨਿਗਾਹ ਹੁੰਦੀ ਹੈ। ਮੇਰੇ ਚਰਚ ਦੇ ਮੈਂਬਰ ਜਿਹੜੀਆਂ ਯਿਸੂ ਦੀਆਂ ਭੇਡਾਂ ਨੇ, ਉਹ ਉਹਨਾਂ ਦਾ ਹਿਸਾਬ ਕਿਤਾਬ ਰੱਖਦਾ ਹੈ, ਕਿਧਰੇ ਗਲਤ ਪਾਸੇ ਤੇ ਨਹੀਂ ਟੁਰ ਗਏ, ਇਹ ਤੇ ਨਹੀਂ ਉਹ ਜਾ ਰਹੇ ਨੇ ਤੇ ਜਾਣ ਦੋ, ਨਹੀਂ, ਉਹਨੇ ਹਿਸਾਬ ਦੇਣਾ ਇਹਨਾਂ ਦਾ। ਬਹੁਤ ਹਵਾਲੇ ਨੇ। ਹਾਂਜੀ, ਉਹ ਕਹਿੰਦੇ ਨੇ ਮੇਰੀਆਂ ਭੇਡਾਂ ਨੂੰ ਲਿਆ ਕੇ ਤੁਸੀਂ ਪਹਿਲੇ ਤੇ ਟੀਚਿੰਗ ਦਿੰਦੇ ਰਹੇ, ਉਹਦੇ ਬਾਅਦ ਤੁਸੀਂ ਢਿੱਲੇ ਹੋ ਗਏ ਤੇ ਉਹ ਪਹਾੜਾਂ ਜਾ ਕੇ ਗੁੰਮ ਗਈਆਂ ਤੇ ਦੁਸ਼ਮਣਾਂ ਨੇ ਉਹਨਾਂ ਨੂੰ ਪਕੜ ਲਿਆ, ਸ਼ੈਤਾਨ ਗਲਤ ਟੀਚਿੰਗ, ਤੇ ਉਹ ਕਹਿਣ ਲੱਗੇ ਜੀ ਇਹ ਸਾਡਾ ਕਸੂਰ ਨਹੀਂ ਗਾ, ਇਹ ਆ ਗਈਆਂ ਸਨ ਤੇ ਆ ਗਈਆਂ ਸਨ। ਸੋ ਇਹ ਬਹੁਤ ਜ਼ਿੰਮੇਵਾਰੀ ਹੈ। ਹਾਂਜੀ, ਫਿਰ ਕੁੱਤੇ ਜੀ ਬਦਰੂਹਾਂ ਨੂੰ ਵੀ ਕਿਹਾ ਗਿਆ, ਇਹ ਜਿਹੜੇ ਡੀਮਨਸ ਨੇ, ਡੀਮਨਸ, ਹਾਂਜੀ ਜੀ, ਇਹਨਾਂ ਨੂੰ ਵੀ ਸਿੰਬੋਲਿਕਲੀ ਹੈ ਨਾ, ਪ੍ਰਕਾਸ਼ ਦੀ ਪੋਥੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿੰਬੋਲਿਕਲੀ ਜਾਂ ਤਸ਼ਬੀਹ, ਕੁੱਤੇ ਮਤਲਬ ਉਹਨਾਂ ਨੂੰ ਕਿਹਾ ਗਿਆ ਨਾ। ਹਾਂਜੀ, ਇਹ ਦੇਖੋ ਨਾ, ਇਹਦੇ ਵਿੱਚ ਉਹ ਕੰਮਾਂ ਦਾ ਜ਼ਿਕਰ ਹੈ ਨਾ, ਉਹ ਬੁਰੇ ਕੰਮ ਜਿਹੜੇ ਕਰ ਰਹੇ ਨੇ, ਕੁੱਤੇ ਫਲਾਣੇ ਹੈ, ਜ਼ਨਾਕਾਰ, ਹਰਾਮਕਾਰ, ਅਡਲਟਰਸ, ਜਾਂ ਇਹ ਸਾਰੇ ਲੋਕਾਂ ਨੂੰ ਵੀ ਕਿਹਾ ਗਿਆ, ਔਰ ਬਦਰੂਹਾਂ ਨੂੰ ਔਰ ਸ਼ੈਤਾਨ ਉਹਦੀਆਂ ਸ਼ਕਤੀਆਂ ਜਿਹੜੀਆਂ ਜੀ। ਸੋ ਇਸ ਲਈ ਕਲਾਮ ਵਿੱਚ ਲਿਖਿਆ ਹੈ ਕਿ ਤੁਸੀਂ ਰੋਮੀਓ 8:14 'ਚ ਜਿਹੜੇ ਰੂਹ ਦੀ ਹਦਾਇਤ ਨਾਲ ਚੱਲਦੇ ਨੇ ਉਹ ਪਰਮੇਸ਼ਵਰ ਦੇ ਪੁੱਤਰ ਕਹਿਲਾਣਗੇ, ਠੀਕ ਹੈ। ਹਾਂਜੀ, ਬਿਲਕੁਲ, ਕਿਉਂਕਿ ਜਿਹੜੀਆਂ ਸ਼ੈਤਾਨ ਦੀਆਂ ਅੰਧੇਰੇ ਦੀਆਂ ਸ਼ਕਤੀਆਂ ਜਿੱਥੇ ਕੁੱਤਿਆਂ ਨੂੰ ਕਿਤੇ ਸਿੱਟਿਆ ਗਿਆ, ਉਹ ਉਹਨਾਂ ਨੂੰ ਵੀ ਉੱਥੇ ਹੀ ਹੋਣਾ, ਉਹਨਾਂ ਸਾਰਿਆਂ ਨੂੰ, ਉਹਨਾਂ ਨੂੰ ਸ਼ੈਤਾਨ ਉਹਦਾ ਸਾਰਾ ਨੈਟਵਰਕ ਉਹ ਵੀ ਉੱਥੇ ਹੀ ਹੋਣਾ ਹੈ, ਉੱਥੇ ਹੀ ਅੱਗ ਦੀ ਝੀਲ ਵਿੱਚ ਹੋਣਾ, ਅੱਗ ਦੀ ਝੀਲ ਵਿੱਚ ਹੀ, ਔਰ ਉਹਨਾਂ ਨੂੰ ਵੀ ਮੈਂ ਸਮਝਦਾ ਉਹਨਾਂ ਨੂੰ ਵੀ ਨਾਲ ਹੀ ਕਿਹਾ ਗਿਆ। ਬਿਲਕੁਲ, ਉਹ ਸਾਰੀ ਟੀਮ ਆ। ਹਾਂਜੀ, ਇਸ ਲਈ ਕਿ ਉਹਨਾਂ ਨੇ ਜਿਹੜੇ ਤੇ ਮੌਕਾ ਸੀ ਉਹਨਾਂ ਨੇ ਨਹੀਂ ਕੀਤਾ, ਫਿਰ ਉਹ ਉਸੇ ਇੱਕੋ ਗਰੁੱਪ ਵਿੱਚ ਸ਼ਾਮਲ ਹੋ ਗਏ। ਕਈ ਵਾਰੀ ਆਪਾਂ ਪ੍ਰੇਅਰ ਦੇ ਵਿੱਚ ਕਿਸੇ ਲਈ ਦੁਆ ਕਰਦੇ ਹੈਗੇ, ਰੱਬ ਦਿਖਾਉਂਦਾ ਆ ਅਟੈਕ ਹੋ ਰਿਹਾ, ਕੁੱਤਾ ਇਹਦੇ ਵਿੱਚ ਮੂਹਰੇ ਬੋਲ ਰਿਹਾ, ਗੱਲ ਕਰ ਰਿਹਾ, ਉਹ ਮਤਲਬ ਉਹ ਬਦਰੂ ਪਰਮੇਸ਼ਰ ਤੁਹਾਨੂੰ ਦਿਖਾ ਰਿਹਾ ਹੈ ਨਾ, ਉਹ ਬਦਰੂ ਦਾ ਹੈ। ਜਦੋਂ ਖਾਬ ਦੇਖਦੇ ਹੋ, ਸੁਪਨੇ ਦੇਖਦੇ ਹੋ, ਡ੍ਰੀਮਸ, ਉਹਦੇ ਵਿੱਚ ਸੱਪ, ਕੁੱਤੇ, ਇਹ ਸਾਰੇ, ਇਹਦਾ ਮਤਲਬ ਇਹਦੇ ਪਿੱਛੇ ਕੋਈ ਸ਼ੈਤਾਨੀ ਅਟੈਕ ਹੈਗਾ। ਯੂ ਆਰ ਰਾਈਟ। ਹਾਂਜੀ, ਬਿਲਕੁਲ। ਔਰ ਇਹ ਜਿਹੜੇ ਬਾਈਬਲ ਦੇ ਵਿੱਚ ਸਿੰਬਲਸ, ਠੀਕ ਹੈ, ਨੰਬਰਸ, ਕਲਰਸ ਤੇ ਮੈਟਲ, ਤੇ ਇਹ ਸਾਰੀਆਂ ਚੀਜ਼ਾਂ ਦਾ ਦੱਸਿਆ ਗਿਆ। ਔਰ ਇਹ ਹਰ ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੀ ਜਾਣਕਾਰੀ ਰੱਖੇ, ਕਿਉਂਕਿ ਖੁਦਾ ਜਦੋਂ ਕਿਸੇ ਨੂੰ ਸੁਪਨੇ 'ਚ ਕੋਈ ਚੀਜ਼ ਦਿਖਾਉਂਦਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਕੀ ਹੈ। ਹੁਣ ਕੁੱਤਾ ਕੋਈ ਦਿਖਾ ਰਿਹਾ, ਇਹਦਾ ਮਤਲਬ ਇਹ ਕਿ ਜੇ ਸੁਪਨੇ ਦੇ ਵਿੱਚ, ਖਾਬ ਵਿੱਚ, ਜਿਹੜਾ ਬੰਦਾ ਖਾਬ ਦੇਖ ਰਿਹਾ ਆਪਣੇ ਆਪ ਹੀ ਆਪਣੀ ਫੈਮਿਲੀ ਨੂੰ ਦੇਖ ਰਿਹਾ ਤੇ ਨਾਲ ਕੁੱਤਿਆਂ ਦੇ ਵਿੱਚ ਦੇਖ ਰਿਹਾ ਹੈ, ਤੇ ਉਹ ਸਮਝੋ ਕਿ ਉਹ ਕੋਈ ਸ਼ੈਤਾਨੀ ਅਟੈਕ ਹੈ। ਹਾਂ, ਮਤਲਬ ਕੁੱਤੇ ਅਟੈਕ ਕਰ ਰਹੇ ਆ, ਕੁੱਤਾ ਖਾ ਰਿਹਾ, ਅਟੈਕ ਕਰ ਰਿਹਾ, ਸੱਪ ਆ ਗਿਆ। ਹਾਂਜੀ, ਮਤਲਬ ਸੋ ਇਹ ਇਸ ਲਈ ਦੱਸਿਆ ਜਾਂਦਾ ਹੈ ਕਿਉਂਕਿ ਯਹੋਨਾ ਦੀ ਜਿਹੜੀ ਪ੍ਰਕਾਸ਼ ਦੀ ਪੋਥੀ ਹੈ, ਦ ਬੁੱਕ ਆਫ ਰੈਵੋਲੂਸ਼ਨ, ਯਹੋਨਾ ਅਰਬ ਦਾ ਮੁਕਾਸ਼ਵਾ, ਇਹਦੇ ਵਿੱਚ ਬਹੁਤ ਸਾਰੇ ਸਿੰਬਲਸ ਨੇ ਜਿਨ੍ਹਾਂ ਨਾਲ ਉਦਾਹਰਨਾਂ ਦਿੱਤੀਆਂ ਗਈਆਂ ਨੇ
ਤੇ ਫਿਰ ਉਹ ਪਾਕ ਨੂੰ ਮਦਦ ਕਰਦਾ ਹੈ ਸਾਨੂੰ ਇਹਨੂੰ ਸਮਝਾਉਣ ਦੀ। ਜੀ ਹਾਂਜੀ, ਆਪਾਂ ਕਿਸੇ ਵੇਲੇ ਜੀ ਸਟੱਡੀ ਕਰਾਂਗੇ ਸਾਰੇ ਇਹ ਡ੍ਰੀਮਸ ਦੀ ਸਿੰਬਲ, ਵਿਜ਼ਨ, ਡ੍ਰੀਮਸ। ਹਾਂ, ਵਿਜ਼ਨ, ਮੈਟਰਸ, ਨੰਬਰਸ। ਜੀ। ਆਪਾਂ ਮੇਰੇ ਖਿਆਲ ਕੀਤੀ ਨਹੀਂ ਆਪਾਂ ਇਹ ਵੀ ਹਾਂਜੀ, study। ਦੇਖੋ ਜਿਸ ਤਰ੍ਹਾਂ ਅੰਗੂਰ ਦਾ ਦਰਖਤ ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਹਾਂ। ਅੰਜੀਰ ਨਹੀਂ ਹੁੰਦੀ, ਫਿਗ ਹਾਂਜੀ। ਤੇ ਜ਼ੈਤੂਨ ਦਾ ਦਰਖਤ ਜਿਹੜਾ ਹੈ ਇਹ ਬਨੀ ਇਸਰਾਈਲ ਕੌਮ ਨੂੰ ਦਰਸਾਉਂਦਾ ਹੈ। ਹਾਂਜੀ। ਇਹ ਖਜੂਰ ਦਾ ਦਰਖਤ ਹੈ ਜਿਹੜੇ ਤੁਸੀਂ ਲਾਏ ਦੇ ਨੇ, ਇਹ ਧਰਮੀਆਂ ਨੂੰ ਦਰਸਾਉਂਦਾ ਹੈ, ਐਵਰਗ੍ਰੀਨ। ਹਾਂਜੀ। ਸੋ ਇਹਨਾਂ ਦੇ ਮੀਨਿੰਗਸ ਨੇ। ਜਿਸ ਤਰ੍ਹਾਂ ਨੰਬਰਸ ਵਿੱਚ ਵੇਖ ਲਓ, 4 ਨੰਬਰ ਇਸ ਸੰਸਾਰ ਦਾ ਹੈ, 5 ਨੰਬਰ ਕਿਰਪਾ ਦਾ ਹੈ, 6 ਨੰਬਰ ਇਨਸਾਨ ਦਾ ਹੈ। ਸੋ ਇਹਨਾਂ ਚੀਜ਼ਾਂ 'ਚ ਸਾਨੂੰ ਮਦਦ ਮਿਲ ਸਕਦੀ ਹੈਗੀ ਹੈ। ਠੀਕ ਹੈ, ਇਸ ਲਈ ਸਾਨੂੰ ਆਉਣਾ ਚਾਹੀਦਾ। ਨੀਲਾ ਕਲਰ ਹੈ, ਉਹਦਾ ਕੀ ਮਤਲਬ ਹੈ? ਰੈੱਡ ਹੈ, ਬਲੈਕ ਹੈ। ਜਿਸ ਤਰੀਕੇ ਨਾਲ ਇਹ ਜਦੋਂ ਮੋਹਰਾਂ ਖੁੱਲਣਗੀਆਂ ਨਾ ਜੀ, ਜਿਹੜੀਆਂ ਆਲਰੇਡੀ ਅਸੀਂ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ 6 ਪਾਰਟ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਕਾਲਾ ਘੋੜਾ, ਲਾਲ ਘੋੜਾ। ਹਾਲਾਂਕਿ ਲਾਲ ਘੋੜਾ ਹੁੰਦਾ ਨਹੀਂ ਹੈ, ਲੇਕਿਨ ਮਤਲਬ ਇਹ ਸੀ ਖੂਨ ਬਹਾਏ ਜਾਣ ਨੂੰ ਦੱਸਿਆ ਜਾ ਰਿਹਾ। ਪੀਲਾ ਘੋੜਾ ਯਾਨੀ ਕਿ ਕਾਲਾ ਪੀਲਾ ਮੀਨਸ ਮੌਤ। ਬੰਦਾ ਨਹੀਂ, ਪੀਲਾ ਪੈ ਗਿਆ ਬੰਦਾ, ਯਾਨੀ ਹੁਣ ਮੌਤ ਦਿਖ ਰਹੀ। ਸੋ ਇਹ ਸਾਰੀਆਂ ਸਟੱਡੀਆਂ ਅਸੀਂ ਕੀਤੀਆਂ ਨੇ। ਸੋ ਇਹ ਇਸ ਲਈ ਇਹ ਗੱਲ ਹੈ। ਹਾਂਜੀ। ਤੇ ਇਹ ਮਤਲਬ ਆਪਾਂ ਇਸ ਤਰ੍ਹਾਂ ਵੀ ਨਹੀਂ ਲੈਣਾ ਚਾਹੀਦਾ ਕਿ ਭਈ ਜਿਹੜਾ ਕੁੱਤੇ ਨੂੰ ਆਪਾਂ ਸਾਰਾ ਪੜ੍ਹਿਆ ਵੀ ਕੁੱਤਾ ਭੈੜਾ ਆ, ਕੁੱਤਾ ਜਾਨਵਰ ਭੈੜਾ ਆ, ਕੁੱਤਾ ਰੱਖਣਾ ਨਹੀਂ ਚਾਹੀਦਾ ਘਰ ਵਿੱਚ। ਉਸ ਤਰੀਕੇ ਦੇ ਨਾਲ ਨਾ ਕੋਈ ਸਾਡਾ ਸੋਚਣ ਵਾਲਾ। ਹਾਂਜੀ। ਇੱਕ ਮਸੀਹੀ ਦੇ ਲਈ ਕੁੱਤਾ ਰੱਖਣਾ ਕਿਸੇ ਦੇ ਬੰਦੇ ਵਿੱਚ, ਜਿਸ ਤਰ੍ਹਾਂ ਅਸੀਂ ਉਦਾਹਰਨ ਦੇ ਦਿੱਤੀ ਹੈ। ਹਾਂਜੀ। ਕਿ ਜਿਹੜੇ ਕੁੱਤੇ ਦਾ ਕੀ ਕੰਮ ਹੈ? ਵਫਾਦਾਰ ਹੁੰਦਾ ਹੈ, ਫੇਥਫੁਲ ਹੁੰਦਾ ਹੈ ਆਪਣੇ ਮਾਲਿਕ ਦਾ। ਹਾਂਜੀ। ਉਦਾਹਰਨ ਦੇਣ ਦਾ ਮਤਲਬ ਇਹ ਵੇ ਕਿ ਉਹ ਹਿਫਾਜ਼ਤ ਕਰਦਾ ਯਿਸੂ ਦੀਆਂ ਭੇਡਾਂ ਦੀਆਂ। ਇਹਦਾ ਮਤਲਬ ਇਹ ਉਹ ਅੱਛਾ ਹੈ, ਇਜ਼ ਗੁੱਡ। ਹਾਂਜੀ, ਜੇ ਉਹ ਆਪਣਾ ਕੰਮ ਕਰਦਾ ਹੈ, ਜੇ ਉਹ ਆਪਣਾ ਕੰਮ ਕਰਦਾ ਹੈ ਦਿਆਨਤਦਾਰੀ ਨਾਲ, ਓਨੈਸਟੀ ਦੇ ਨਾਲ। ਹਾਂ। ਤੇ ਇਹਦਾ ਮਤਲਬ ਜੇ ਅਗਰ ਕੋਈ ਪੁੱਛੇ ਜੀ ਫਿਰ ਅਸੀਂ ਹੁਣ ਮਸੀਹੀ ਹਾਂ, ਕੁੱਤੇ ਨੂੰ ਕਿਹਾ ਗਿਆ ਸੀ ਹੁਣ ਕੁੱਤਾ ਘਰ 'ਚ ਨਾ ਰੱਖੀਏ, ਤੇ ਉਹਦੇ ਨਾਲ ਤਾਂ ਕੋਈ ਹੋ ਸਕਦਾ ਮਨ ਵਿੱਚ ਸੋਚੇ ਕੋਈ, ਹੈ ਨਾ। ਦੇਖੋ ਜੀ, ਹਾਂਜੀ। ਪਹਿਲੀ ਤੇ ਰੱਬ ਦੀ ਹਰ ਚੀਜ਼ ਬਣਾਈ ਚੰਗੀ। ਹਾਂ। ਇਹ ਸਦਾ ਦਾ ਰਾਜ ਜਦੋਂ ਹੋਣਾ ਹੈ, ਇਟਰਨਿਟੀ ਹਾਂਜੀ ਹੈ ਕਿ ਉਹਨੂੰ ਕਹਿ ਲਓ ਅਬਦੀਅਤ ਦੇ ਵਿੱਚ। ਹਾਂ। ਆ ਵੀ ਤੇ ਜਾਨਵਰ ਵੀ ਤਾਂ ਹੋਣਗੇ ਨਾ ਜੀ, ਹਾਂਜੀ। ਸ਼ੁੱਧ ਵੀ ਅਸ਼ੁੱਧ, ਉਹ ਕੋਈ ਗੱਲ ਨਹੀਂ ਐਸੀ। ਬਿਲਕੁਲ ਠੀਕ ਹੈ ਜੀ। ਜੀ। ਹਾਂਜੀ। ਤੇ ਹਾਂਜੀ ਆਪਾਂ ਜੀ 16 ਹਾਂਜੀ ਆਪਾਂ ਇਹਨੂੰ ਦੇਖ ਲੈਂਦੇ ਹਾਂ ਜੀ ਇੱਕ ਵਾਰੀ ਫੇਰ। ਅੱਛਾ ਜੀ। ਨਾ ਤਸੱਲੀ ਨਾਲ। ਹਾਂਜੀ। ਤੇ ਆਪਾਂ 15ਵਾਂ ਸਿਰਾ ਨਾ ਪੜ੍ਹਿਆ ਨਾ ਜੀ। ਉਸ ਦੇ ਵਿੱਚ ਕੁੱਤਿਆਂ ਨਾਲ ਤਾਂ ਗੱਲ ਕਰ ਰਹੀ ਹੈ ਨਾ ਜੀ। ਬਾਕੀ ਜਾਦੂਗਰ, ਹਰਾਮਖੋਰ, ਖੂਨੀ, ਮੂਰਤੀ ਪੂਜਕ, ਬਾਕੀ ਨੇ ਵੀ ਥੋੜਾ। ਹੁਣ ਇਹ ਦੇਖ ਲਓ, ਹਾਂਜੀ। ਜਾਦੂਗਰ ਖੁਦਾ ਦੀ ਨਜ਼ਰ ਵਿੱਚ ਬਹੁਤ ਬੁਰੇ, ਲੇਕਿਨ ਚੇਲੇ ਦੇ ਕਰਤੱਵ 19 ਦੀ 18 ਤੇ 19 ਪੜ੍ਹ ਦਿਓ। ਮਤਲਬ ਇਹ ਵੇ ਕਿ ਉਹ ਲੋਕ ਜਿਹੜੇ ਇਹ ਕੰਮ ਕਰਦੇ ਸਨ ਉਹ ਠੀਕ ਹੋ ਗਏ। ਹਾਂ। ਇੱਥੇ ਉਹਨਾਂ ਨੂੰ ਇਸ ਲਈ ਇਹ ਟਾਈਟਲ ਉਹਨਾਂ ਉੱਤੇ ਹੈਗਾ। ਠੀਕ ਹੈ। ਹਾਂ। ਸੋ ਇਹ ਅਗਰ ਤੁਸੀਂ ਦੇਖੋ ਇਹ ਹੁਣ ਜਾਦੂਗਰਾਂ ਦਾ ਦੇਖ ਲਓ। ਹਾਂ। ਹਾਂਜੀ। ਉਹ ਹੈ ਸਨ ਲੇਕਿਨ ਠੀਕ ਹੋ ਗਏ। ਹਾਂ। ਸੋ ਦੇਖ ਲਓ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਵਿਵਸਥਾ ਸਾਰ ਵਿੱਚ ਵੀ ਲਿਖਿਆ ਤੁਸੀਂ, ਉਹ ਮਜੀਸ਼ੀਅਨਸ ਆ, ਉਹ ਆਪਣੇ ਜਿਹੜੇ ਪੁੱਛਾਂ ਦੇਣ ਵਾਲੇ ਆ, ਉਹਨਾਂ ਦੇ ਕੋਲ ਕਿਸੇ ਦੇ ਕੋਲ ਨਾ ਜਾਓ। ਡਿਟੋਨੋਮੀ ਵਿਵਸਥਾ ਸਾਰ ਸਟੇਸ਼ਨਾਂ 18 ਦੀ 10 ਤੋਂ 12। ਹਾਂ। ਠੀਕ ਹੈ। ਕਿਉਂਕਿ ਉਹ ਸਾਰਾ ਜਿਹੜਾ ਕੰਮ ਹੈਗਾ ਆ ਜੀ, ਉਹ ਬਦਰੂਹਾਂ ਦੇ ਨਾਲ ਉਹਨਾਂ ਨੂੰ ਇਸਤੇਮਾਲ, ਸ਼ੈਤਾਨ ਦੀਆਂ ਜਿਹੜੀ ਸ਼ਕਤੀਆਂ ਉਹਨਾਂ ਦੇ ਨਾਲ ਕਰਦੇ ਹੈਗੇ ਆ ਜੀ। ਤੇ ਜਿੱਦਾਂ ਆਪਾਂ ਮਿਸਰ ਦੇ ਵਿੱਚ ਵੀ ਜਦੋਂ ਆਪਣੇ ਜਦੋਂ ਮੂਸਾ ਨੇ ਆਪਣੀ ਰੱਬ ਦੀ ਸੱਚੇ ਜੀਂਦੇ ਜਾਗਦੇ ਰੱਬ ਦੀ ਸ਼ਕਤੀ ਦੇ ਨਾਲ ਕੰਮ ਕਰਦਾ ਸੀਗਾ ਜੀ। ਉਹ ਜਿਹੜੇ ਉਹਨਾਂ ਦੇ ਸੀਗੇ ਜਾਦੂਗਰ, ਉਹ ਵੀ ਕੁਛ ਹੱਦ ਤੱਕ ਉਹਦੇ ਨਾਲ ਉਹ ਵੀ ਕਰਕੇ ਦਿਖਾ ਸੱਪ। ਹਾਂਜੀ ਬਣਾ। ਲੇਕਿਨ ਇੱਕ ਜਗ੍ਹਾ ਆਈ ਕਿ ਬਿਆਬਾਨ ਉਜਾੜ ਵਿੱਚ ਜਦੋਂ ਸੱਪ ਨਿਕਲ ਕੇ ਉਹਨਾਂ ਨੂੰ ਕੱਟਣ ਲੱਗੇ ਤਾਂ ਖੁਦਾ ਨੇ ਕਿਹਾ ਸੀ ਕਿ ਬੱਲੀ ਬਣਾ ਇੱਕ ਪਿੱਤਲ ਦਾ ਸੱਪ। ਸੋ ਇੱਕ ਪਾਸੇ ਤੇ ਨੁਕਸਾਨ ਹੈ, ਦੂਜੇ ਪਾਸੇ ਜਿਹੜਾ ਵਹਿੰਦਾ ਸੀ ਉਹਨੂੰ ਪਿੱਤਲ ਦੇ ਸੱਪ ਨੂੰ, ਜਿਹੜਾ ਅੱਜ ਕੱਲ੍ਹ ਮੈਡੀਕਲੀ ਨਿਸ਼ਾਨ ਨਹੀਂ ਹੈ ਉਹਦੇ ਉੱਤੇ। ਸੋ ਇਸ ਲਈ ਇਹ ਇਸ ਤਰੀਕੇ ਨਾਲ ਅਸੀਂ ਲੈ ਰਹੇ ਹਾਂ। ਔਰ ਯਿਸੂ ਨੂੰ ਵੀ ਉਹਦੇ ਨਾਲ ਰਿਲੇਟ ਕੀਤਾ ਗਿਆ
ਹੈ ਜਿਹੜਾ ਯਿਸੂ ਲਾਏਗਾ ਉਹ ਬਚ ਜਾਏਗਾ ਗੁਨਾਹ ਜੇ ਕੈਂਸਰ ਤੋਂ। ਹਾਂ ਠੀਕ ਹੈ ਹਾਂ ਤੇ ਇਹ ਸਰ ਉਹ ਕੀ ਸੀ ਉਹ ਤੁਸੀਂ ਚੇਲਿਆਂ ਦੇ ਕਰਤੱਵ ਪੜ੍ਹ ਦਿਓ ਜ਼ਰਾ ਪਲੀਜ਼। ਹਾਂਜੀ, ਸੋ ਦੇ ਕਰਤੱਵ ਤੁਸੀਂ ਕਿਹਾ ਸੀਗਾ ਜੀ 18 ਦੀ ਹੈ ਨਾ? ਜੀ 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 ਹਾਂਜੀ ਹਾਂਜੀ, ਲਓ ਜੀ ਆਪਾਂ ਪੜ੍ਹ ਦਿੰਦੇ ਹਾਂ ਜੀ 18 ਦੀ 18 ਤੇ 19 ਹੈ 19 ਹਾਂਜੀ ਜੀ ਜੀ ਠੀਕ ਹੈ। ਇੱਕ ਹੋਰ ਫਿਰ ਪੜ੍ਹ ਦੇਣਾ ਤਾਂ ਕਿ ਦੇਖੋ ਇਸ ਕੈਟਾਗਰੀ ਦਾ ਇਲਾਜ ਤੇ ਹੈ ਨਾ, ਮੌਕਾ ਦਿੱਤਾ ਜਾਂਦਾ ਹੈ ਤੇ ਤੁਸੀਂ ਪਹਿਲੇ ਇਹ ਪੜ੍ਹ ਦਿਓ ਜੀ। ਹਾਂਜੀ, ਆਪਾਂ ਰਸੂਲਾਂ ਦੇ ਕਰਤੱਵ 18 ਦੀ 18 ਤੋਂ 19 ਪੜ੍ਹਦੇ ਹਾਂ ਜੀ। ਉਸ ਵਿੱਚ ਲਿਖਿਆ ਹੈ, ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫਿਰ ਭਾਈਆਂ ਕੋਲੋਂ ਵਿਦਿਆ ਹੋਇਆ ਅਤੇ ਕਰੰਥੀਆ ਵਿੱਚ ਚੇਲਾ ਦੇ ਕਰਤੱਵ 19 ਦੀ 18 ਤੋਂ 19 ਹੈ ਨਾ? 18 ਦੀ 18 ਤੇ 19 ਜੀ ਜੀ ਹਾਂਜੀ ਹਾਂਜੀ ਜੀ ਜੀ ਇੱਕ ਮਿੰਟ ਹਾਂਜੀ 18 19 ਜੀ 19 ਚੈਪਟਰ 19 19 ਚੈਪਟਰ ਉਹ ਓਕੇ 19 ਮੈਂ 18 ਦੀ ਨਹੀਂ ਨਹੀਂ ਕੋਈ ਗੱਲ ਨਹੀਂ ਓਕੇ ਓਕੇ ਹਾਂ, ਓਕੇ ਓਕੇ ਜੀ ਆਪਾਂ ਪੜ੍ਹਦੇ ਹੈਗੇ ਆ ਜੀ 19 ਦੀ 18 ਤੋਂ 19 ਹਾਂਜੀ 18 ਤੇ 19 ਹਾਂਜੀ ਇਹਦੇ ਵਿੱਚ ਲਿਖਿਆ ਹੈ ਹਾਲੇ 18 ਦੀ 19 ਦੀ 18 ਤੇ 19 ਹਾਂਜੀ ਪਰ ਚੇਲੇ ਚੇਲਿਆਂ ਦੇ ਕਰਤੱਵ ਵਿੱਚ ਲਿਖਿਆ ਹੈ, ਪ੍ਰਭੂ ਯਿਸੂ ਦੇ ਹਾਂ ਓਕੇ ਜਿਨ੍ਹਾਂ ਨਿਸ਼ਚਾ ਕੀਤੀ ਸੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਆਣ ਕੇ ਆਪਣੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ, ਔਰ ਬਹੁਤੇ ਉਹਨਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਾ ਉਹਨਾਂ ਦਾ ਮੁੱਲ ਦਾ ਜੋੜ ਕੀਤਾ ਤਾਂ 50,000 ਰੁਪਈਆ ਸੀ। ਹਾਂਜੀ, ਸੋ ਇਹ ਕਰਦੇ ਸਨ ਕੰਮ, ਲੇਕਿਨ ਇਹਨਾਂ ਤੋਬਾ ਕਰ ਲਈ। ਇਹ ਫਿਰ ਉਹ ਨਾ ਇਸ ਕੈਟਾਗਰੀ ਚੋਂ ਨਿਕਲ ਕੇ ਪਰਮੇਸ਼ਵਰ ਦੇ ਪੁੱਤਰ ਬਣ ਗਏ, ਚਾਨਣ ਦੇ ਫਰਜ਼ੰਦ ਬਣ ਗਏ। ਠੀਕ ਹੈ, ਇੱਕ ਹੋਰ ਜਲਦੀ ਨਾਲ ਪੜ੍ਹ ਦਿਓ ਕਿ ਇਹ ਬਿਲਕੁਲ ਇਹ ਦੇਖ ਲਓ ਪਹਿਲਾ ਕਰੰਥੀਆਂ ਉਹਦੀ 6 ਦੀ 9 ਤੋਂ 11 9 ਤੇ 10 ਵਿੱਚ ਇਹ ਕੈਟਾਗਰੀਜ਼ ਦਸੀਆਂ ਨੇ ਜਿਹੜੀਆਂ ਇਹਦੇ ਵਿੱਚ ਵੀ ਨੇ, ਮੇਲ ਪ੍ਰੋਸਟੀਟਿਊਟ ਇਹ ਉਹ ਤੇ 9 ਤੇ 10 ਫਸਟ ਕਰੰਥੀਅਨਸ ਚੈਪਟਰ 6 9 ਤੇ 10 ਤੇ 11ਵੇਂ ਦੇ ਵਿੱਚ ਉਹਨਾਂ ਨੇ ਉਹ ਸਾਰੇ ਧੁੱਲ ਗਏ ਯਿਸੂ ਦੇ ਲੋਕ। ਹਾਂਜੀ ਜੀ ਹਾਂਜੀ, ਪਹਿਲਾ ਕਰੰਥੀਆਂ 6 ਦੀ 9 ਤੇ 10 ਤੇ 11 9 10 ਔਰ 11 ਜੀ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਨਹੀਂ ਹੋਣਗੇ, ਪਹਿਲੇ ਤੇ ਫੈਸਲਾ ਹੈ। ਠੀਕ ਹੈ, ਕਿਹੜੇ ਕਿਹੜੇ? ਕੁਧਰਮੀ ਉਹ ਤਾਂ ਜਿਹੜੇ ਧਰਮ ਤੇ ਨਹੀਂ ਚੱਲਦੇ ਜੀ। ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜਨਾਹਕਾਰ, ਨਾ ਲਨਾਨੜੇ ਜਾਂ ਮੁੰਡੇਬਾਜ਼, ਨਾ ਚੋਰੀ, ਨਾ ਲੋਭੀ, ਨਾ ਸ਼ਰਾਬੀ, ਨਾ ਗਲਾ ਵੱਢਣ ਵਾਲੇ, ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੀ ਅਧਿਕਾਰੀ। ਇਹ ਫੈਸਲਾ ਹੈ। ਲੇਕਿਨ 11ਵੀਂ ਆਇਤ ਵਿੱਚ ਕੀ ਹੈ ਕਿ ਉਹਨਾਂ ਤੋਬਾ ਕਰ ਲਈ, ਹਾਂਜੀ ਬਚ ਗਏ। ਹਾਂਜੀ, ਅਤੇ ਤੁਹਾਡੇ ਵਿੱਚੋਂ ਕਿਉਂਕਿ ਇਹੋ ਜਿਹੇ ਸਨ ਹਾਂਜੀ ਅਸੀਂ ਵੀ ਇਹੋ ਜਿਹੇ ਸਾਂ, ਹਾਂਜੀ। ਲੇਕਿਨ ਯਿਸੂ ਦੇ ਲਹੂ ਨਾਲ ਧੁੱਲ ਕੇ ਅੱਜ ਹਾਂ, ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਰ ਦੀ ਆਤਮਾ ਤੋਂ ਤੁਸੀਂ ਧੋਤੇ ਗਏ ਔਰ ਤੁਸੀਂ ਪਵਿੱਤਰ ਕੀਤੇ ਗਏ ਔਰ ਤੁਸੀਂ ਧਰਮੀ ਠਹਿਰਾਏ ਗਏ। ਇਸ ਲਈ ਇਹ ਵਰਸੇ 'ਚ ਉਹਨਾਂ ਨੇ ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ ਇਹ ਕੰਮ ਹੋ ਰਹੇ ਸਨ। ਉਹਨਾਂ ਤੋਬਾ ਨਹੀਂ ਸੀ ਕੀਤੀ, ਉਹਨਾਂ ਨੂੰ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਰੈਵਲੇਸ਼ਨ 20 ਦੀ 13 ਤੋਂ 15 ਦੇ ਵਿੱਚ ਸੁੱਟ ਦਿੱਤਾ ਗਿਆ। ਉਹ ਉਹਨਾਂ ਨੂੰ ਚੇਤੇ ਕਰਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਨਹੀਂ ਦਾਖਲ ਹੋ ਸਕਦੇ। ਠੀਕ ਹੈ, ਵਾਹ ਜੀ ਵਾਹ, ਬਹੁਤ ਵਧੀਆ। ਹਾਂਜੀ, ਤੇ ਇਹਦੇ ਵਿੱਚ ਕੋਈ ਹੋਰ ਕਰ ਲਓ ਤੇ ਹਾਂਜੀ ਕੋਲ 1-2 ਮਿੰਟ ਉਹ ਹਾਂਜੀ ਹਾਂਜੀ ਆਪਾਂ ਜੀ ਹਾਂਜੀ ਆਪਾਂ ਕਰਦੇ ਹਾਂ ਜੀ, ਆਪਾਂ ਨੂੰ ਕੋਈ ਕਾਹਲੀ ਨਹੀਂ ਹੈਗੀ। ਤੇ ਜਾਦੂਗਰ, ਹਰਾਮਖੋਰ, ਖੂਨੀ ਹਾਂਜੀ ਤੇ ਮੂਰਤੀ ਪੂਜਕ ਅਤੇ ਹੋਰ ਜਿਹੜੇ ਝੂਠ ਨੂੰ ਪਸੰਦ ਕਰਦੇ ਹਾਂਜੀ। ਤੇ ਇਹ ਜਿਹੜੀ ਪਹਿਲਾ ਕਰੰਥੀਆਂ 6 ਦੀ 9 ਤੋਂ 10 ਇਹਦੇ ਵਿੱਚ ਇਹ ਕੈਟਾਗਰੀਜ਼ ਤੇ 11ਵੀਂ ਆਇਤ ਤੇ ਉਹਦਾ ਹੱਲ ਦੱਸ ਦਿੱਤਾ ਕਿ ਉਹਨਾਂ ਤੋਬਾ ਕਰ ਲਈ ਤੇ ਉਹ ਪਵਿੱਤਰ ਲੋਕਾਂ 'ਚ ਸ਼ਾਮਲ ਹੋ। ਹਾਂ, ਕਿਉਂਕਿ ਇਹ ਜਿਹੜਾ ਜਾਦੂਗਰ
ਜਾਂ ਹਰਾਮਖੋਰੀ ਜਾਂ ਇਹੋ ਜਿਹੇ ਜਿਹੜੇ ਸਾਰੇ ਕੰਮ ਹੈਗੇ ਆ ਇਹ ਸ਼ੈਤਾਨ ਵੱਲੋਂ ਆ। ਹਾਂਜੀ ਹਾਂਜੀ ਔਰ ਆਪਾਂ ਨੂੰ ਉਸ ਜਾਦੂਗਰੀ ਉਹੋ ਜਿਹੀਆਂ ਅੰਧੇਰੇ ਦੀਆਂ ਸ਼ਕਤੀਆਂ ਦੇ ਨਾਲ ਕੰਟੈਕਟ ਬਣਾ ਕੇ ਬਿਲਕੁਲ ਔਰ ਉਹਨਾਂ ਨੂੰ ਇਸਤੇਮਾਲ ਕਰਨਾ ਔਰ ਕਰਦੇ ਜਿਹੜੇ ਲੋਕੀ। ਹਾਂਜੀ ਪਰ ਉਹਨਾਂ ਦੇ ਵਿੱਚ ਉਹ ਪਾਪ, ਉਹ ਸਾਰਾ ਕੰਮ, ਮੂਰਤੀ ਪੂਜਾ, ਝੂਠੇ ਮਨ ਘੜਤ ਰੱਬ ਬਣਾ ਕੇ ਹੈ ਨਾ, ਤੇ ਸੱਚੇ ਰੱਬ ਤੋਂ ਦੂਰ ਡੈਵਲ ਵਰਸ਼ਿਪਰਸ। ਹਾਂਜੀ ਤੇ ਉਹ ਉਹਨਾਂ ਦੇ ਲਈ ਇਹ ਸਾਰਾ ਸਜ਼ਾ ਦਾ ਹੁਕਮ ਹੈ, ਉਹਨੂੰ ਦੱਸਿਆ ਗਿਆ। ਜਿਸ ਤਰ੍ਹਾਂ ਡਿਟੋਰਨਮੀ 18 ਦੀ 10 ਤੋਂ 12 ਦੇ ਵਿੱਚ ਤੁਸੀਂ ਨੋਟ ਕਰ ਹੀ ਗਿਆ, ਉੱਥੇ ਸਾਰਾ ਕੈਟੇਗਰੀਜ਼ ਨੇ। ਇਹ ਜਿਹੜੇ ਜਾਦੂਗਰ ਨੇ, ਪੁੱਛਾਂ ਦੇਣ ਵਾਲੇ, ਹੱਥ ਦੀਆਂ ਲਕੀਰਾਂ ਵੇਖਣ ਵਾਲੇ, ਫਿਊਚਰ ਦਾ ਹਾਲ ਦੱਸਣੇ ਵਾਲੇ, ਬਿਲਕੁਲ ਉਹ ਆਪਣਾ ਚੇਲਿਆਂ ਦੇ ਕਰਤੱਵ 16 ਦੀ 16 17 18 ਚੋਂ ਇੱਕ ਔਰਤ ਸੀ ਜਿਹੜੀ ਫਿਊਚਰ ਦਾ ਵੀ ਹਾਲ ਦੱਸਦੀ ਸੀ, ਹੈ ਨਾ। ਇਹ ਸਾਰੇ ਜਿਹੜੇ ਨੇ। ਅੱਛਾ, ਅਗਰ ਕੋਈ ਕਿਸੇ ਦੇ ਅਕਾਊਂਟ ਖੁੱਲ੍ਹੇ ਦੇ ਨੇ ਸ਼ੈਤਾਨ ਨਾਲ, ਆਪ ਖੋਲ੍ਹੇ ਨੇ ਜਾਂ ਜਿੱਧਰੋਂ ਵੀ, ਉਹਨਾਂ ਨੂੰ ਮੌਕਾ ਹੈ ਕਿ ਉਹ, ਕਿਉਂਕਿ ਤੁਸੀਂ ਦੱਸ ਦਿਓ ਜਲਦੀ ਨਾਲ, ਉਹ ਡੈਵਲ ਦਾ ਕੋਈ ਰਾਈਟ ਹੀ ਹੁੰਦਾ ਹੈ। ਹਾਂਜੀ ਅੱਛਾ ਜੀ, ਉਹ ਦੱਸ। ਹਾਂਜੀ ਬਿਲਕੁਲ ਜੀ। ਜਦੋਂ ਆਪਾਂ ਕਿਸੇ ਲਈ ਦਰਵਾਜ਼ਾ ਖੋਲ੍ਹਦੇ ਹਾਂ, ਯਿਸੂ ਕਹਿੰਦਾ ਦਰਵਾਜ਼ਾ ਮੈਂ ਖਟਖਟਾ ਰਿਹਾ, ਤੁਸੀਂ ਬੁਲਾਓਗੇ ਮੈਂ ਅੰਦਰ ਆ ਜਾਊਂਗਾ। ਹਾਂਜੀ ਸ਼ੈਤਾਨ ਵੀ ਵੇਟ ਕਰਦਾ ਆ, ਉਹ ਬਿਨਾਂ ਦਰਵਾਜ਼ੇ ਖੋਲ੍ਹੇ 'ਤੇ ਵੀ ਆ ਜਾਂਦਾ। ਪਰ ਜਦੋਂ ਅਸੀਂ ਉਹਦੇ ਦਰਵਾਜ਼ਾ ਖੋਲ੍ਹਦੇ ਹਾਂ, ਜਾਦੂਗਰੀ ਜਾਂ ਇਹੋ ਜਿਹੇ ਕੰਮ ਕਰਦੇ ਹਾਂ, ਉਹ ਸ਼ਕਤੀਆਂ ਆ ਜਾਂਦੀਆਂ। ਅਸੀਂ ਬੁਲਾਈਆਂ, ਉਹਨਾਂ ਨਾਲ ਕੰਟੈਕਟ ਬਣਿਆ, ਜਿੰਨਾ ਚਿਰ ਅਸੀਂ ਉਹਨਾਂ ਨਾਲ ਕੰਟੈਕਟ ਤੋੜਨਾ ਵੀ ਹੈ। ਉਹ ਕਿੰਝ ਕਰਨਾ ਹੈ? ਉਹ ਬੋਲ ਕੇ ਤੋੜਨਾ। ਪਾਪਾਂ ਦਾ ਪਹਿਲਾਂ ਤਾਂ ਇੱਕ ਹਾਂਜੀ ਕੱਲੀ ਚੀਜ਼ ਜਿਹੜੀ ਅਸੀਂ ਬੁਲਾਈ, ਭਾਵੇਂ ਹੱਥ ਦਿਖਾ ਲਿਆ, ਚਾਹੇ ਪੁੱਛਾਂ ਵਾਲਿਆਂ ਕੋ ਗਏ, ਉਹ ਉਹਦੇ ਸ਼ਕਤੀ ਨਾਲ ਗਏ, ਜਾਂ ਆਪ ਕੁਛ ਇਹੋ ਜਿਹਾ ਮੂਰਤੀ ਪੂਜਾ ਕੀਤੀ। ਪਹਿਲਾਂ ਤਾਂ ਰੱਬ ਅੱਗੇ ਪਛਤਾਤਾਪ ਕਰਨਾ ਤੇ ਮੈਂ ਪਾਪ ਕੀਤਾ, ਮੈਨੂੰ ਪਰਮੇਸ਼ਰ ਪਿਤਾ ਮਾਫ ਕਰ ਦਿਓ, ਜਾਣੇ ਅਣਜਾਣੇ। ਹਾਂਜੀ ਤੇ ਮੈਨੂੰ ਉਦੋਂ ਨਹੀਂ ਸੀਗਾ ਪਤਾ, ਹੁਣ ਪਤਾ ਲੱਗ ਗਿਆ ਮੈਂ ਇਹ ਗਲਤੀ ਕੀਤੀ, ਪਾਪ ਕੀਤਾ। ਔਰ ਹੁਣ ਉਹ ਕੱਲੀ ਚੀਜ਼ ਨੂੰ ਬੋਲ ਕੇ ਮੈਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਦੇ ਨਾਲ ਆਪਣਾ ਰਿਸ਼ਤਾ ਨਾਤਾ ਤੋੜਦਾ, ਮੂਰਤੀ ਪੂਜਾ ਦੇ ਨਾਲ ਆਪਣਾ ਰਿਸ਼ਤਾ ਨਾਤਾ ਤੋੜਦਾ, ਹੱਥ ਦਿਖਾਉਣ ਵਾਲੇ ਦੇ ਨਾਲ ਆਪਣਾ ਰਿਸ਼ਤਾ ਨਾਤਾ ਤੋੜਦਾ, ਔਰ ਉਹਨਾਂ ਨੂੰ ਮੈਂ ਕੰਡੈਮ ਕਰਦਾ, ਉਹਨਾਂ ਨੂੰ ਮੈਂ ਰੱਦ ਕਰਦਾ, ਉਹਨਾਂ ਦਾ ਵਿਰੋਧ ਕਰਦਾ ਜੀ। ਇਸ ਤਰ੍ਹਾਂ ਕੱਲੀ ਚੀਜ਼ ਦੇ ਨਾਲ ਰਿਸ਼ਤਾ ਨਾਤਾ ਤੋੜਨਾ, ਉਸ ਨੂੰ ਕਹਿਣਾ ਇਹੋ ਅੰਧੇਰੇ ਦੀਆਂ ਸ਼ਕਤੀਓ ਚਲੀ ਜਾਓ, ਮੇਰੀ ਜ਼ਿੰਦਗੀ 'ਚੋਂ ਦੂਰ ਹੋ ਜਾਓ, ਮੇਰਾ ਹੁਣ ਤੁਹਾਡੇ ਨਾਲ ਕੋਈ ਲਿੰਕ ਨਹੀਂ ਹੈਗਾ। ਕੱਲੀ ਬੋਲ ਕੇ ਕਰਨਾ, ਤਾਂ ਜਾ ਕੇ ਲਿੰਕ ਟੁੱਟਦਾ ਔਰ ਬੋਲਣਾ ਹੈ ਮੈਂ ਤੁਹਾਡੇ ਨਾਲ ਲਿੰਕ ਤੋੜਦਾ। ਇਹ ਕਿਉਂ ਕਰੀਦਾ? ਕਿਉਂਕਿ ਉਹਦਾ ਕੋਈ ਹੱਕ ਹੈ, ਜਿਹੜਾ ਉਹਨੂੰ ਬੁਲਾਇਆ ਅੰਦਰ, ਉਹ ਉਸ ਨੂੰ ਕੱਢਣਾ, ਹੱਕ ਤੋੜਨਾ। ਹਾਂਜੀ ਕਹਿਣਾ, ਫਿਰ ਪਰਮੇਸ਼ਰ ਕਹਿੰਦਾ ਤੈਨੂੰ ਬੁਲਾਇਆ ਸੀਗਾ, ਹੁਣ ਤੈਨੂੰ ਉਹਨੇ ਕੱਢਤਾ, ਤੂੰ ਹੁਣ ਜਾ। ਜਿੰਨਾ ਚਿਰ ਅਸੀਂ ਆਪਣੇ ਮੂੰਹ ਕੇ ਨਹੀਂ ਕੱਢਦੇ ਬੋਲ ਕੇ, ਹਾਂਜੀ ਕਿਉਂਕਿ ਉਹ ਜਿਹੜਾ ਯਿਸੂ ਦੇ ਨਾਮ, ਉਹਦੇ ਲਹੂ ਨਾਲ ਹਾਂਜੀ ਧੁਲਿਆ ਗਿਆ। ਉਹ ਭਾਵੇਂ ਅਸੀਂ ਯਿਸੂ ਨੇ ਥੋੜਾ ਲੰਬਾ ਹੋ ਜਾਂਦਾ ਜੀ। ਦੇਖੋ ਜੀ, ਅੱਛਾ ਤੁਸੀਂ ਦੱਸੋ, ਮੈਂ ਵੀ ਸਿੱਖ ਰਿਹਾ ਜੀ। ਦੇਖੋ ਆਪਣੇ, ਕਿਉਂਕਿ ਤੁਸੀਂ ਇਹਦੇ ਬਾਰੇ 'ਚ ਸਟੱਡੀ ਦਿੱਤੀ ਔਰ ਤੁਸੀਂ ਲੋਕਾਂ ਲਈ ਦੁਆ ਕਰਕੇ ਸ਼ੈਤਾਨ ਦੇ ਉਸ ਲੀਗਲ ਰਾਈਟ ਨੂੰ ਕੱਟਿਆ ਔਰ ਅੱਜ ਉਹ ਆਜ਼ਾਦ ਨੇ। ਬਿਲਕੁਲ, ਇਸ ਲਈ ਮੈਂ ਕਹਿ ਰਿਹਾ ਹਾਂਜੀ ਸਾਰਿਆਂ ਨੂੰ ਤੁਸੀਂ ਇਸ ਕੰਮ ਵਿੱਚ ਖੁਦਾ ਨੇ ਬਰਕਤ ਦਿੱਤੀ ਹੈ। ਹਾਂਜੀ ਯਿਸੂ ਮਸੀਹ ਨੇ ਸ਼ੈਤਾਨ ਦੇ ਹਰ ਕੰਮ ਨੂੰ ਸਲੀਬ ਦੇ ਉੱਪਰ ਹਰਾ ਦਿੱਤਾ, ਖਤਮ ਕਰ ਦਿੱਤਾ। ਸਾਨੂੰ ਗੁਨਾਹਗਾਰ ਤੋਂ ਸੱਚਾ ਧਰਮੀ ਬਣਾ ਦਿੱਤਾ। ਯਿਸੂ ਮਸੀਹ ਨੇ ਸਾਰੇ ਦੁਨੀਆ ਦੇ ਪਾਪ ਚੱਕ ਲਏ, ਪਰ ਸਾਰੀ ਦੁਨੀਆ ਬਚਾਈ ਨਹੀਂ ਗਈ। ਬਚਾਇਆ ਉਹ ਹੀ ਗਿਆ ਜਿਹਨੇ ਉਸ ਨੂੰ ਕਬੂਲ ਕੀਤਾ। ਯਿਸੂ ਮੈਂ ਤੈਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ, ਤੂੰ ਮੇਰੇ ਪਾਪ ਚੱਕ ਲਏ, ਸ਼ੈਤਾਨ ਨਾਲ ਹਾਂਜੀ। ਤੇ ਇਹ ਉਹਦੇ ਪਾਪਾਂ ਦਾ ਕੰਮ ਹੋ ਗਿਆ, ਕਲੀਅਰ ਸਾਫ਼ ਹੋ ਗਿਆ। ਬਾਕੀ ਜਿਹੜੇ ਚੀਜ਼ਾਂ ਕੰਟੈਕਟ ਬਣਾਈਆਂ ਸੀਗੀਆਂ ਯਿਸੂ ਦਾ, ਉਹਨੇ ਵੀ ਕੰਮ, ਉਹਦਾ ਵੀ ਉਹਨੇ ਕਰਤਾ ਖਤਮ। ਪਰ ਅਸੀਂ ਉਹ ਬੋਲਣਾ, ਉਹ ਕਬੂਲ ਕਰਨਾ, ਕਲੇਮ ਕਰਨਾ। ਜਿੱਦਾਂ ਅਸੀਂ ਕਲੇਮ ਕੀਤਾ ਆਟੋਮੈਟਿਕਲੀ ਨਹੀਂ ਹੁੰਦਾ, ਜਿਸ ਤਰ੍ਹਾਂ ਅਸੀਂ ਕਲੇਮ ਕੀਤਾ ਮੈਂ ਤੇਰੇ ਪਾਪ ਚੱਕ ਲਏ, ਸਾਰੀ ਦੁਨੀਆ ਨਹੀਂ ਬਚਾਈ ਗਈ। ਜਿਹੜਾ ਕਲੇਮ ਕਰਦਾ, ਜਿਹੜਾ ਇਸ ਗੱਲ ਨੂੰ ਲੈਂਦਾ ਹੈ, ਇਸੇ ਤਰ੍ਹਾਂ ਯਿਸੂ ਨੇ ਸ਼ੈਤਾਨ ਦੀ ਹਰ ਤਾਕਤ ਨੂੰ ਹਰਾ ਦਿੱਤਾ। ਜਾਦੂ ਟੂਣੇ ਸਾਰੇ, ਜੋ ਉਹ ਸਾਰੇ ਕੰਮਾਂ, ਉਹਦਾ ਪਛਤਾਪ ਕਰਕੇ ਉਹਨੂੰ ਅਸੀਂ ਬਾਹਰ ਕਹਿਣਾ ਤੂੰ ਚਲੇ ਜਾ, ਫਿਰ ਉਹਦਾ ਲੀਗਲ ਰਾਈਟ ਸਾਡੇ ਤੇ ਖਤਮ ਹੁੰਦਾ। ਨਹੀਂ ਤਾਂ ਉਹ ਚੱਲਦਾ ਰਹਿੰਦਾ ਹੈ ਮਸੀਹ ਦੇ ਵਿੱਚ ਵੀ। ਹਾਂਜੀ ਉਹ ਦਰਵਾਜ਼ੇ ਜਿਹੜੇ ਖੋਲ੍ਹੇ ਸੀ ਉਹਨਾਂ ਨੂੰ ਬੋਲ ਕੇ ਬੰਦ ਕਰਨਾ, ਉਹਨਾਂ ਨੂੰ ਕਹਿਣਾ ਪੈਣਾ। ਨਹੀਂ ਤਾਂ ਜਿਹੜਾ ਸ਼ੈਤਾਨ ਨੇ ਆਪਾਂ ਪ੍ਰਕਾਸ਼ ਦੀ ਪੋਥੀ ਦੇਖਿਆ, ਉਹ ਦਿਨ ਰਾਤ ਸਾਡੇ
ਖਿਲਾਫ, ਭਾਈਆਂ ਦੇ ਖਿਲਾਫ ਸਵਰਗ ਦੇ ਵਿੱਚ ਉਹ ਕੁਛ ਨਾ ਕੁਛ ਮੰਗਦਾ ਰਹਿੰਦਾ, ਕਲੇਮ ਕਰਦਾ ਪ੍ਰਕਾਸ਼ ਦੀ ਪੋਥੀ 12 ਦੀ 10 12 ਦਾ ਹਾਂਜੀ। ਤੇ ਉੱਥੇ ਇੱਕ ਤਰ੍ਹਾਂ ਦਾ ਉਹ ਅਦਾਲਤ ਚੱਲਦੀ ਹੈ ਹਾਂਜੀ ਪਰਮੇਸ਼ਰ ਦੇ ਦਰਬਾਰ ਦੇ ਵਿੱਚ। ਇਹ ਵਿਰੋਧੀ ਧਿਰ ਦਾ ਇਹ ਵਕੀਲ ਦੀ ਤਰ੍ਹਾਂ ਕੰਮ ਕਰਦਾ ਆ, ਜਿਹੜਾ ਸ਼ੈਤਾਨ ਹੈ ਹਾਂਜੀ। ਬੜੀ ਤਿਆਰੀ ਨਾਲ ਆਉਂਦਾ ਹਾਂਜੀ, ਤਿਆਰੀ ਨਾਲ ਆਉਂਦਾ, ਸਬੂਤ ਲੈ ਕੇ ਆਉਂਦਾ, ਆਹ ਦੇਖ ਇਸ ਤਰ੍ਹਾਂ ਆਹ ਕਲੇਮ ਇਹਨੇ ਕੀਤਾ, ਹਾਲੇ ਬੰਦ ਨਹੀਂ ਕੀਤਾ, ਮੇਰੇ ਕੋਲ ਹੱਕ ਹੈ ਹਾਂਜੀ, ਇਹਨੇ ਇਸ ਤਰ੍ਹਾਂ ਕੀਤਾ। ਉੱਥੇ ਆਸਾਂ ਜੋ ਬੋਲਣਾ ਉਸ ਦਾ ਅਸਰ ਹੁੰਦਾ, ਜੋ ਅਸੀਂ ਬੋਲਦੇ ਹਾਂ ਉਹ ਧਿਆਨ ਨਾਲ ਬੋਲਣਾ, ਕੁਝ ਵੀ ਨੈਗੇਟਿਵ ਨਹੀਂ ਬੋਲਣਾ, ਆਪਣੇ ਖਿਲਾਫ, ਆਪਣੇ ਪਰਿਵਾਰ ਦੇ ਖਿਲਾਫ, ਕਿਸੇ ਦੇ ਖਿਲਾਫ ਕਦੀ ਨੈਗੇਟਿਵ ਨਹੀਂ ਮੂੰਹ ਚੋਂ। ਹਾਲੇਲੂਇਆ ਹਾਂਜੀ, ਚੰਗੀਆਂ ਗੱਲਾਂ, ਬਰਕਤਾਂ ਬੋਲਣੀਆਂ ਪਰਮੇਸ਼ਰ ਦੇ ਬੱਚੇ ਨੂੰ ਬੋਲਣਾ ਆ, ਆਪਣੀ ਜ਼ਿੰਦਗੀ 'ਚ, ਆਪਣੇ ਪਰਿਵਾਰ ਦੀ ਜ਼ਿੰਦਗੀ 'ਚ, ਆਪਣੇ ਭਾਈਆਂ ਦੀ ਜ਼ਿੰਦਗੀ ਦੇ ਵਿੱਚ ਹੈ ਨਾ, ਤਾਂ ਕਿ ਸਾਡਾ ਬੀਜਿਆ ਹੋਇਆ ਬੋਲ ਕੰਮ ਕਰੇ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪਣੇ ਬੱਚਨ ਦੇ ਲਈ। ਪਰਮੇਸ਼ਰ ਪਿਤਾ ਇੱਕ ਇੱਕ ਸੁਣਨ ਵਾਲਾ ਬਰਕਤ ਪਾਵੇ, ਮਸੀਹੀ ਬਦਨ, ਇੱਕ ਮਸੀਹੀ ਭੈਣ ਭਰਾ ਮਜ਼ਬੂਤ ਹੋਵੇ ਪਰਮੇਸ਼ਰ ਪਿਤਾ, ਔਰ ਆਪ ਦੇ ਲਈ ਵਧੇ, ਆਪ ਦੇ ਰਾਜ ਦੇ ਵਿੱਚ ਹੋਰ ਕੰਮ ਕਰੇ ਪਰਮੇਸ਼ਰ ਪਿਤਾ। ਬਰਕਤ ਦਿਓ ਹਰ ਇੱਕ ਨੂੰ ਸੁਣਨ ਵਾਲੇ ਨੂੰ ਪਰਮੇਸ਼ਰ ਪਿਤਾ, ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਪ੍ਰੋਟੈਕਟ ਕਰਦੇ ਹਾਂ ਪਰਮੇਸ਼ਰ ਪਿਤਾ, ਔਰ ਇਸ ਨੂੰ ਕੋਈ ਵੀ ਸ਼ੈਤਾਨ ਦੀ ਤਾਕਤ ਚੁਰਾ ਨਾ ਸਕੇ, ਇਸ ਦੇ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ ਪਰਮੇਸ਼ਰ ਪਿਤਾ। ਔਰ ਜੋ ਵੀ ਇਸ ਨੂੰ ਸੁਣੇ ਉਸ ਨਾਲ ਗੱਲਬਾਤ ਕਰੋ ਪਵਿੱਤਰ ਆਤਮਾ ਦੁਆਰਾ, ਔਰ ਪਰਮੇਸ਼ਰ ਪਿਤਾ ਇਹ ਸਾਰੇ ਬੱਚਿਆਂ ਨੂੰ ਪਰਮੇਸ਼ਰ ਪਿਤਾ ਪ੍ਰੋਟੈਕਟ ਕਰਨਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।